प्रेज द लॉर्ड। गुड आफ्टरनून। चैम्प्स दी सारिਆਂ ਨੂੰ खुदा की हजूरी ਦੇ ਵਿੱਚ ਇੱਕ ਵਾਰ ਫਿਰ ਜੁੜਨ ਦੇ ਲਈ ਪਵਿੱਤਰ ਆਤਮਾ ਦੇ ਦੁਆਰਾ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਸਿੱਖਣ ਜਾ ਰਹੇ ਹਾਂ। ਉਸ ਦੇ ਲਈ ਹਰ ਇੱਕ ਉਸ ਕੰਮ ਦੇ ਲਈ ਜੋ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਕਰਦਾ ਹੈ, ਕਿਉਂਕਿ ਪਰਮੇਸ਼ਰ ਕਦੇ ਵੀ ਆਪਣੇ ਲੋਕਾਂ ਨੂੰ ਭੁੱਲਦਾ ਨਹੀਂ ਹੈਗਾ, ਕਦੇ ਵੀ ਆਪਣੇ ਲੋਕਾਂ ਨੂੰ ਕਦੇ ਵੀ ਤਿਆਗਦਾ ਨਹੀਂ ਹੈਗਾ। ਬਾਈਬਲ ਦੇ ਵਿੱਚ ਲਿਖਿਆ ਇੱਕ ਮਾਂ ਆਪਣੇ ਬੱਚੇ ਨੂੰ ਭੁੱਲ ਜਾਂਦੀ ਆ, ਛੱਡ ਦਿੰਦੀ ਆ, ਪਰ ਪਰਮੇਸ਼ਰ ਪਿਤਾ ਸਾਨੂੰ ਕਦੇ ਵੀ ਭੁੱਲਦਾ ਨਹੀਂ, ਕਦੇ ਵੀ ਤਿਆਗਦਾ ਨਹੀਂ। ਇਸ ਕਰਕੇ ਉਹ ਸਾਡੀ ਜ਼ਿੰਦਗੀ ਦਾ ਪਰਮੇਸ਼ਵਰ ਆ, ਸਾਡੀ ਜ਼ਿੰਦਗੀ ਦਾ ਗॉड ਆ, ਸਾਨੂੰ ਚਲਾਉਣ ਵਾਲਾ ਪਰਮੇਸ਼ਵਰ ਆ, ਸਾਨੂੰ ਵਧਾਉਣ ਵਾਲਾ ਪਰਮੇਸ਼ਵਰ ਆ, ਸਾਡੀ ਪਵਿੱਤਰ ਆਤਮਾ ਦੇ ਦੁਆਰਾ ਅਗਵਾਈ ਕਰਨੇ ਵਾਲਾ ਪਰਮੇਸ਼ਵਰ ਆ। ਬਿਨਾਂ ਅਗਵਾਈ ਤੋਂ ਜਦੋਂ ਅਸੀਂ ਚੱਲਦੇ ਹਾਂ ਤੇ ਕਿਤੇ ਨਾ ਕਿਤੇ ਅਸੀਂ ਵੀਕ ਹੋ ਜਾਂਦੇ ਹਾਂ। ਸਾਡੇ ਜੀਵਨ ਦੇ ਵਿੱਚ ਕਮਜ਼ੋਰੀਆਂ ਜਿਹੜੀਆਂ ਸਾਨੂੰ ਦਬਾ ਲੈਂਦੀਆਂ ਆ। ਹਰ ਉਸ ਮੇਰੀ ਬੇਟੀ ਮੇਰੇ ਬੇਟੇ ਦੇ ਲਈ ਪਰਮੇਸ਼ਵਰ ਪਿਤਾ ਦੀ ਇਹ ਇੱਛਾ ਆ ਕਿ ਉਹ ਪਰਮੇਸ਼ਵਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੇ, ਪਰਮੇਸ਼ਵਰ ਦੇ ਕਲਾਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੇ ਔਰ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੇ। ਹਰ ਵਕਤ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਸਾਡੇ ਲਈ ਜ਼ਰੂਰੀ ਆ। ਮੈਂ ਪਿਛਲੇ ਦਿਨਾਂ ਵਿੱਚ ਵੀ ਇਹ ਵਚਨ ਸਿਖਾ ਰਿਹਾ ਸੀ ਤੇ ਅੱਜ ਬੜਾ ਸਮਰਥੀ ਪਰਮੇਸ਼ਵਰ ਦਾ ਸੰਦੇਸ਼ ਤੁਹਾਡੇ ਵਾਸਤੇ ਆ। ਔਰ ਮੈਂ ਪਿਛਲੇ ਦਿਨਾਂ ਦੇ ਵਿੱਚ ਦੇਖ ਰਿਹਾ ਸੀਗਾ, ਬਹੁਤ ਸਾਰੇ ਮੈਨੂੰ ਕਾਲਸ ਆ ਰਹੇ ਸੀਗੇ ਉਹਨਾਂ ਦੀ ਟੈਸਟਮਨੀਆਂ ਦੇ ਲਈ, ਜੋ ਖੁਦਾਵੰਦ ਖੁਦਾ ਉਹਨਾਂ ਦੀ ਲਾਈਫ ਦੇ ਵਿੱਚ ਕੰਮ ਕਰ ਰਿਹਾ। ਔਰ ਬਹੁਤ ਸਾਰੀਆਂ ਨਿਰਾਸ਼ਾ ਵੀ ਮੈਂ ਦੇਖੀਆਂ, ਪਰ ਮੈਂ ਇੱਕ ਗੱਲ ਨੂੰ ਜਾਣਦਾ, ਨਿਰਾਸ਼ਾ ਦੇ ਵਿੱਚ ਵੱਡੀ ਆਸ਼ਾ ਛੁਪੀ ਹੁੰਦੀ ਆ। ਆਸ਼ਾ ਉਹਦੇ ਵਿੱਚ ਹੁੰਦੀ ਆ ਜਦੋਂ ਨਿਰਾਸ਼ਾ ਹੁੰਦੀ ਆ, ਜਦੋਂ ਕੋਈ ਕਸ਼ਟ ਆਉਂਦਾ ਆ। ਸਾਡੀ ਲਾਈਫ ਹੋਰ ਪਰਮੇਸ਼ਰ ਦੇ ਨਾਲ ਜੁੜਦੀ ਆ, ਅਸੀਂ ਪਰਮੇਸ਼ਰ ਦੇ ਵੱਲ ਹੋਰ ਕਦਮ ਵਧਾਉਂਦੇ ਆ, ਅਸੀਂ ਹੋਰ ਪਰਮੇਸ਼ਰ ਨੂੰ ਆਪਣੇ ਕਰੀਬ ਤੋਂ ਜਾਣਨਾ ਸ਼ੁਰੂ ਕਰਦੇ ਹਾਂ। ਬਾਈਬਲ ਦੇ ਵਿੱਚ ਲਿਖਿਆ ਆ, ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ ਆ। ਪਰਮੇਸ਼ਰ ਨੂੰ ਅਸੀਂ ਨਹੀਂ ਚੁਣਿਆ ਹੈਗਾ, ਪਰਮੇਸ਼ਰ ਨੂੰ ਅਸੀਂ ਮੰਨਣਾ ਸ਼ੁਰੂ ਨਹੀਂ ਕੀਤਾ ਹੈਗਾ, ਬਲਕਿ ਪਰਮੇਸ਼ਰ ਨੇ ਸਾਨੂੰ ਚੁਣਿਆ ਆ। ਪਰਮੇਸ਼ਰ ਨੇ ਤੁਹਾਨੂੰ ਚੁਣਿਆ ਮੇਰੇ ਬੇਟੇ ਮੇਰੀ ਬੇਟੀ, ਪਰਮੇਸ਼ਰ ਨੇ ਤੈਨੂੰ ਚੁਣਿਆ ਆ। ਖੁਦਾ ਨੇ ਤੇਰੀ ਬਾਹ ਨੂੰ ਫੜਿਆ ਆ, ਪਰਮੇਸ਼ਰ ਨੇ ਤੈਨੂੰ ਬੁੱਧੀ ਦਿੱਤੀ ਆ, ਪਰਮੇਸ਼ਰ ਨੇ ਤੈਨੂੰ ਗਿਆਨ ਦੇ ਕੇ ਆਪਣੇ ਵਚਨ ਨੂੰ ਸਿਖਾਉਣਾ ਸ਼ੁਰੂ ਕੀਤਾ ਆ। ਹਾਲੇਲੂਇਆ। ਇਸ ਕਰਕੇ ਅਸੀਂ ਆਪਣੇ ਆਪ ਵਿੱਚ ਕੁਝ ਨਹੀਂ ਕਰ ਸਕਦੇ, ਪਰਮੇਸ਼ਰ ਸਾਨੂੰ ਕਰਨ ਦੇ ਲਈ ਕਹਿੰਦਾ ਆ, ਪਰਮੇਸ਼ਰ ਸਾਨੂੰ ਅੱਗੇ ਵਧਾਉਣ ਦੇ ਲਈ ਆਪਣਾ ਹੱਥ ਵਧਾਉਂਦਾ ਆ। ਔਰ ਜਲਦੀ ਜਲਦੀ ਅਸੀਂ ਖੁਦਾ ਦੇ ਵਚਨ ਦੇ ਵੱਲ ਜਾਵਾਂਗੇ। ਔਰ ਇਸ ਤੋਂ ਪਹਿਲਾਂ ਕਿ ਮੈਂ ਸਾਰੇ ਵਿਸ਼ਿਆਂ ਦੇ ਲਈ ਔਰ ਸਾਰੀ ਸ਼ਿਫਾਚਰ ਮਿਨਿਸਟਰੀ ਦੇ ਕਲੀਸਿਆ ਦੇ ਲਈ, ਆਲ ਵਰਲਡ ਦੇ ਲਈ, ਹਰ ਕੰਟਰੀ ਦੇ ਲਈ, ਹਰ ਮੇਰੇ ਭੈਣ ਭਾਈ ਦੇ ਲਈ ਮੈਂ ਪ੍ਰੇਅਰ ਕਰਾਂ। ਔਰ ਅਦਰਵਾਈਜ਼ ਕੋਈ ਕਿਸੇ ਸਮੱਸਿਆ ਜਾਂ ਬਿਮਾਰੀ ਦੇ ਵਿੱਚ ਹੈ ਉਹਦੇ ਲਈ ਪ੍ਰੇਅਰ ਕਰਾਂ। ਔਰ ਕੋਈ ਭਵਿਸ਼ਬਾਣੀਆਂ ਜੋ ਪਰਮੇਸ਼ਰ ਮੈਨੂੰ ਅੱਜ ਦੇਣ ਜਾ ਰਿਹਾ ਉਹਨਾਂ ਨੂੰ ਮੈਂ ਬੋਲਾਂ। ਔਰ ਕਈ ਨਾਮ ਜਿਹੜੇ ਪਰਮੇਸ਼ਰ ਮੈਨੂੰ ਦੇਣ ਜਾ ਰਿਹਾ ਉਹਨਾਂ ਦੇ ਲਈ ਮੈਂ ਬੋਲਾਂ। ਔਰ ਪਰਮੇਸ਼ਰ ਦਾ ਵਚਨ ਜਿਹੜਾ ਪਵਿੱਤਰ ਆਤਮਾ ਮੈਨੂੰ ਦੇ ਰਿਹਾ ਉਹ ਮੈਂ ਤੁਹਾਡੇ ਅੱਗੇ ਪੇਸ਼ ਕਰਾਂ। ਆਪਣੇ ਆਪ ਨੂੰ ਜਲਦੀ ਤਿਆਰ ਕਰੋ, ਆਪਣੇ ਆਪ ਨੂੰ ਰੈਡੀ ਕਰੋ ਤਾਂ ਕਿ ਪਰਮੇਸ਼ਰ ਦੇ ਸਮਰਥੀ ਵਚਨ ਨੂੰ ਅਸੀਂ ਸਿੱਖ ਸਕੀਏ। ਹਾਲੇਲੂਇਆ। ਅੱਜ ਮੈਂ ਸਿਖਾਉਣਾ ਚਾਹੁੰਦਾ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਦੇਖੋ, ਜਦੋਂ ਅਸੀਂ ਦੇਖਦੇ ਹਾਂ ਪਰਮੇਸ਼ਰ ਦੇ ਪਿੱਛੇ ਚੱਲਣਾ ਸ਼ੁਰੂ ਕਰਦੇ ਹਾਂ, ਪਰਮੇਸ਼ਰ ਦੀ ਆਰਾਧਨਾ ਕਰਨੀ ਸ਼ੁਰੂ ਕਰਦੇ ਹਾਂ, ਪਰਮੇਸ਼ਰ ਦਾ ਵਚਨ ਸੁਣਨਾ ਸ਼ੁਰੂ ਕਰਦੇ ਹਾਂ, ਸਟਾਰਟਿੰਗ ਸਾਡੀ ਹੋ ਜਾਂਦੀ ਆ। ਅਸੀਂ ਖੁਦਾ ਦੇ ਵਿੱਚ ਆ ਜਾਂਦੇ ਹਾਂ, ਖੁਦਾ ਦੀ ਹਜ਼ੂਰੀ ਦੇ ਵਿੱਚ ਵਧਣਾ ਸ਼ੁਰੂ ਕਰਦੇ ਹਾਂ। ਪਰ ਮੈਂ ਤੁਹਾਨੂੰ ਦੱਸਦਾ, ਜਦੋਂ ਤੱਕ ਅਸੀਂ ਮਸੀਹ ਦੇ ਵਿੱਚ ਆ ਕੇ ਨਵਾਂ ਜਨਮ ਨਹੀਂ ਪ੍ਰਾਪਤ ਕਰਦੇ, ਨਿਊ ਬੌਰਨ ਦੇ ਬਾਰੇ ਮੈਂ ਤੁਹਾਨੂੰ ਅੱਜ ਸਿਖਾਉਣ ਜਾ ਰਿਹਾ। ਬਾਈਬਲ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਵਚਨ ਆ ਨਿਊ ਬੌਰਨ ਦੇ ਬਾਰੇ ਪਵਿੱਤਰ ਵਚਨ ਦੇ ਵਿੱਚ ਸਾਨੂੰ ਮਿਲਦੇ ਆ ਕਿ ਨਵਾਂ ਜਨਮ ਕੀ ਆ, ਨਈ ਜ਼ਿੰਦਗੀ ਕੀ ਆ, ਨਵਾਂ ਕੀ ਹੈ ਤੇ ਪੁਰਾਣਾ ਕੀ ਹੈ। ਤੇ ਕਈ ਲੋਕ ਇਸ ਗੱਲਾਂ ਨੂੰ ਸਮਝ ਹੀ ਨਹੀਂ ਪਾਉਂਦੇ, ਪੂਰੀ ਜ਼ਿੰਦਗੀ ਉਹਨਾਂ ਦੀ ਬੀਤ ਜਾਂਦੀ ਆ। ਕ੍ਰਿਸਚਨ ਲੋਕ ਵੀ ਨਹੀਂ ਸਮਝ ਪਾਉਂਦੇ, ਗੈਰ ਵਿਸ਼ਵਾਸੀਆਂ ਦੀ ਤਾਂ ਬਾਤ ਦੀ ਗੱਲ ਹੈ, ਕ੍ਰਿਸਚਨ ਲੋਕ ਵੀ ਨਹੀਂ ਸਮਝ ਪਾਉਂਦੇ ਕਿ ਉਹਨਾਂ ਨੂੰ ਨਵਾਂ ਜਨਮ ਪ੍ਰਾਪਤ ਕਰਨਾ ਕਿੰਨਾ ਜ਼ਰੂਰੀ ਆ ਤੇ ਨਵਾਂ ਜਨਮ ਕਹਿੰਦੇ ਕਿਹਨੂੰ ਆ। ਵਟ ਇਜ਼ ਮੀਨਿੰਗ ਨਿਊ ਬੌਰਨ। ਹਾਲੇਲੂਇਆ। ਮੈਂ ਅੱਜ ਤੁਹਾਨੂੰ ਇਹ ਪਰਮੇਸ਼ਰ ਦੇ ਵਚਨ ਚੋਂ ਜ਼ਰੂਰ ਸਿਖਾਉਣਾ ਚਾਹੁੰਦਾ ਆ ਜਿਵੇਂ ਕਿ ਸਾਡੇ ਘਰ ਦੇ ਵਿੱਚ ਜਦੋਂ ਇੱਕ ਬੱਚਾ ਜਨਮ ਲੈਂਦਾ ਉਹ ਸਾਡੇ ਘਰ ਦਾ ਅਧਿਕਾਰੀ ਹੋ ਜਾਂਦਾ ਆ।
ਉਹ ਸਾਡੇ ਜੀਵਨ ਦਾ ਅਧਿਕਾਰੀ ਹੋ ਜਾਂਦਾ ਆ, ਸਾਡੀ ਆਲ ਥਿੰਗਸ ਦਾ ਅਧਿਕਾਰੀ ਹੋ ਜਾਂਦਾ ਆ। ਸੇਮ ਇਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਨਵਾਂ ਜਨਮ ਲੈਂਦੇ ਹਾਂ ਤੇ ਅਸੀਂ ਪਰਮੇਸ਼ਵਰ ਦੇ ਹਜ਼ੂਰੀ ਦੇ ਅਧਿਕਾਰੀ ਹੋ ਜਾਂਦੇ ਹਾਂ, ਪਰਮੇਸ਼ਵਰ ਦੀ ਸਮਰਥ ਦੇ ਅਧਿਕਾਰੀ ਹੋ ਜਾਂਦੇ ਹਾਂ, ਪਰਮੇਸ਼ਵਰ ਦੇ ਸੁਭਾਅ ਦੇ ਅਧਿਕਾਰੀ ਹੋ ਜਾਂਦੇ ਹਾਂ, ਪਰਮੇਸ਼ਵਰ ਦੀ ਪਵਿੱਤਰਤਾਈ ਦੇ ਅਧਿਕਾਰੀ ਹੋ ਜਾਂਦੇ ਹਾਂ, ਪਰਮੇਸ਼ਵਰ ਦੀ ਸਮਰਥ ਦੇ ਅਧਿਕਾਰੀ ਹੋ ਜਾਂਦੇ ਹਾਂ, ਪਰਮੇਸ਼ਵਰ ਦੇ ਜਲਾਲ ਦੇ ਅਧਿਕਾਰੀ ਹੋ ਜਾਂਦੇ ਹਾਂ, ਪਰਮੇਸ਼ਵਰ ਦੇ ਘਰ मतलब हैवन दे लई स्वर्ग दे लई असी अधिकारी बन जाने हाँ। हालेलुया। जे इस नवा जन्म नूं तुसी सिख नहीं पाए जां इस नूं फॉलो नहीं कर पाए जां इस दे विच तुसी वीक रह गए तां तुहाडा अधिकार जिहड़ा शैतान ने तुहाडे तों खो लैणा आ, दुष्ट आत्मा ने तुहाडा अधिकार तुहाडे तों खो लैणा आ। जिवें कि आदम अते हवा दे कोलों परमेश्वर ने जिहड़ा अधिकार दिता सी, शैतान ने हवा दे कोलों अधिकार खो लिया। आदम दे कोलों अधिकार शैतान ने खो लिया राज करन दा, परमेश्वर दा, परमेश्वर दी सामर्थ दा, परमेश्वर दे पवित्र जलाल दा, परमेश्वर दी पवित्रताई दा, परमेश्वर दे सुभाਅ दा। जो परमेश्वर सोचदा ਉਹ ਸੋਚਾਂ ਨੂੰ शैतान ਵਿਗਾੜ ਸਕਦਾ ਜਦੋਂ ਅਸੀਂ ਨਵਾਂ ਜਨਮ ਨਹੀਂ ਪ੍ਰਾਪਤ ਕਰਦੇ। ਤੇ ਅੱਜ ਮੇਰੀ ਬੇਟੀ ਬੜੇ ਗੌਰ ਦੇ ਨਾਲ ਅੱਜ ਦਾ ਪਵਿੱਤਰ ਵਚਨ ਕੰਪਲੀਟਲੀ ਤੂੰ ਸੁਣਨਾ और मैं तेरे लिए प्रार्थना करन जा रहा कि तू अज नवा जन्म प्राप्त करे। मेरे बेटे अज मैं तेरे लिए प्रेयर करन जा रहा, तू न्यू बॉर्न दे विच आए, नवा जन्म प्राप्त करे, नवीं सोचा प्राप्त करे, नवे प्लान्स प्राप्त करे अते नवा अभिषेक प्राप्त करे। हर रोज़ जिवें कि त्रेल धरती दे उत्ते गिरदी आ, परमेश्वर दा अभिषेक तेरे उत्ते हर रोज़ फ्रैश दा फ्रैश तैनूं मिलदा जाए। हालेलुया। और जो असी परमेश्वर के पवित्र वचन के देखते हाँ, यूहन्ना की किताब के पढ़ते हो 3 अध्याय, तो तुसी इस वचन बहुत बार सुनिया होगा, देखा होगा, पढ़िया होगा, पर मैं अज कुछ नवा तुहानूं सिखाना चाहना हाँ जो पवित्र आत्मा ने मेरे मन के विच पाया। आमीन। हालेलुया। प्रेज द लॉर्ड। थैंक यू जीसस। रबा शांदा नमथानी। हालेलुया। इत्थे लिखिया आ जदों यूहन्ना जॉन चैप्टर 3 वर्स 2 पढ़ते हैं असी, यूहन्ना की किताब उहदा 3 अध्याय ते उहदी असी 2 आयत पढ़ते हैं पत्रियां दे विच। जदों असी मत्ती, मरकुस, लूक ते बाद यूहन्ना आंदा, उस किताब नूं असी जदों खोलदे हैं बाइबल दा 3 चैप्टर वर्ड्स असी 2 जदों पढ़ते हैं, बड़े गौर दे नाल सुनना। इत्थे लिखिया आ, ਉਹ ਰਾਤ ਨੂੰ ਯਿਸੂ ਦੇ ਕੋਲ ਆਇਆ ਅਤੇ ਉਸ ਨੂੰ ਆਖਿਆ, स्वामी जी ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ परमेश्वर दे वल्लों आए हो, क्योंकि ये निशान जिहड़े तुसी विखाउंदे हो कोई नहीं विखा सकदा जे परमेश्वर उहदे नाल ना होवे। हालेलुया। बड़ा सामर्थी ये 2 आयत जिहड़ी आ उन्होंने एक्सैप्ट किया, उन्होंने मन्निया कि यीशु मसीह जिहड़े तू चिन्ह दिखाना, जिहड़े तू परमेश्वर काम करदा आ, जिहड़े तू चमत्कार करदा आ, ये बिना परमेश्वर की सामर्थ तो कोई नहीं कर सकता, बिना परमेश्वर के अभिषेक तो कोई नहीं कर सकता। ये जो भविष्यवाणियां करदा बिना परमेश्वर की सामर्थ तो नहीं को कर सकता। इत्थे लिखिया आ, ते जदों ये उन्होंने मन्निया कि ये परमेश्वर ही कर सकता, क्योंकि परमेश्वर तेरे नाल आ, परमेश्वर तेरे विच आ, परमेश्वर तेरे कोल आ, परमेश्वर की सामर्थ तेरे कोल आ। क्यों? क्योंकि जीसस इज न्यू बॉर्न। यीशु मसीह का नवा जन्म हो चुका सीगा, न्यू बॉर्न पाया सीगा। पुराना जन्म ते नवे जन्म दे विच की अंतर है? बड़े ध्यान नाल सुनना। जदों इहदी 3 आयत पढ़दे हां, यीशु मसीह ने उन्होंने जवाब दिता, यीशु ने उत्तर दिता, मैं तुहानूं सच आखदा हां कि कोई मनुख जेकर नवे सिरियों ना जम्मे परमेश्वर दे राज नूं वेख नहीं सकदा। हालेलुया। देखो बड़ी गौर ने नाल सुनना। इत्थे जदों यीशु मसीह ने यह कहा गया कि यीशु मसीह तेरे अगे असी ये देखा कि तेरे अंदर परमेश्वर आ, तो यीशु मसीह ने कहा जे तुसी मेरे अंदर परमेश्वर देखते हो, मेरे अंदर परमेश्वर का सुभाव देखते हो, मेरे अंदर वो पावर देखते हो, ये पावर तुहाडे अंदर भी हो सकती है, ये छुटकारा तुहाडे अंदर भी हो सकता जदों तुसी नवे जन्म नूं प्राप्त करोगे। आमीन। यीशु मसीह ने कहा जेकर कोई नवे सिरे तो ना जन्मे वो परमेश्वर दे राज नूं वेख नहीं सकता। हालेलुया। नवा जन्म किया ते पुराना जन्म किया। पुराना जन्म वो आ जिहड़ा असी मसीह तो बखरा जींदे सीगे। साडे जन्म होया ते असी पाप विच जन्मे आ। बाइबल दे विच लिखिया आ
ਆਦਮ ਅਤੇ ਹਵਾ ਨੇ ਜਦੋਂ ਪਾਪ ਕੀਤਾ ਤੇ ਉਹ ਪਾਪ ਦੇ ਅਧਿਕਾਰੀ ਹੋ ਗਏ, ਪਾਪ ਉਹਨਾਂ ਦੇ ਵਿੱਚ ਪ੍ਰਵੇਸ਼ ਕਰ ਗਿਆ। ਸਾਰੀ ਜਿਹੜੀ ਜਨਰੇਸ਼ਨ ਆ ਉਹਦੇ ਦੁਆਰਾ ਪੈਦਾ ਹੋਈ, ਸਭ ਲੋਕ ਪੈਦਾ ਹੋਏ ਤੇ ਪਾਪ ਵਿੱਚ ਪੈਦਾ ਹੋਏ। ਤੇ ਬਾਈਬਲ ਦੇ ਵਿੱਚ ਲਿਖਿਆ ਆ ਕਿ ਪਾਪ ਦੇ ਕਾਰਨ ਹੀ ਪਰਮੇਸ਼ਵਰ ਸਾਡੇ ਤੋਂ ਦੂਰ ਆ, ਅਸੀਂ ਪਰਮੇਸ਼ਵਰ ਤੋਂ ਦੂਰ ਆ। ਬਾਈਬਲ ਦੇ ਵਿੱਚ ਲਿਖਿਆ ਸਭ ਨੇ ਪਾਪ ਵਿੱਚ ਜਨਮ ਲਿਆ ਅਤੇ ਪਾਪ ਦੀ ਮਜ਼ਦੂਰੀ ਮੌਤ ਹੈ। ਇਹ ਪਹਿਲਾ ਜਨਮ ਸੀਗਾ ਜਿਹੜਾ ਤੁਸੀਂ ਲੈ ਚੁੱਕੇ ਹੋ। ਪਹਿਲਾ ਜਨਮ ਤੁਸੀਂ ਜਿਹੜਾ ਆਪਣੇ ਮਾਪੇ ਦੇ ਘਰ ਦੇ ਵਿੱਚ ਲਿਆ, ਇਹ ਉਹ ਜਨਮ ਆ ਜਿਹੜਾ ਪਾਪ ਦੇ ਵਿੱਚ ਅਸੀਂ ਲਿਆ। ਚਾਹੇ ਕੋਈ ਕਿੰਨਾ ਵੀ ਪਵਿੱਤਰ ਕਿਉਂ ਨਾ ਹੋਵੇ, ਕਿੰਨਾ ਧਾਰਮਿਕ ਕਿਉਂ ਨਾ ਹੋਵੇ, ਹਰੇਕ ਜਿਹਦੇ ਅੰਦਰ ਸਵਾਸ ਚੱਲ ਲਿਆ ਉਹਨੇ ਪਾਪ ਵਿੱਚ ਜਨਮ ਲਿਆ। ਬਾਈਬਲ ਨੇ ਡਿਕਲੇਅਰ ਕਰ ਦਿੱਤਾ ਆਲ ਵਰਲਡ ਦੇ ਵਿੱਚ ਸਭ ਨੇ ਪਾਪ ਦੇ ਵਿੱਚ ਜਨਮ ਲਿਆ। ਪਰ ਪਰਮੇਸ਼ਵਰ ਚਾਹੁੰਦਾ ਕਿ ਤੁਸੀਂ ਪਾਪ ਵਿੱਚ ਰਹੋ ਨਾ, ਪਾਪ ਦੇ ਵਿੱਚ ਆਪਣਾ ਜੀਵਨ ਨਾ ਬਿਤਾਓ, ਪਾਪੀ ਜੀਵਨ ਨਾ ਬਿਤਾਓ। ਤੁਸੀਂ ਪਾਪ ਤੋਂ ਬਚਣ ਦੇ ਲਈ ਤੁਹਾਨੂੰ ਜ਼ਰੂਰੀ ਆ ਕਿ ਤੁਸੀਂ ਪਾਪ ਤੋਂ ਜਿੱਤ ਪਾਉਣ ਦੇ ਲਈ ਨਵਾਂ ਜਨਮ ਪ੍ਰਾਪਤ ਕਰੋ। ਹਾਲੇਲੂਇਆ। ਪੁਰਾਣੇ ਜਨਮ ਦੇ ਵਿੱਚ ਅਸੀਂ ਪਾਪੀ ਸੀ, ਪਾਪੀ ਸੁਭਾਅ ਸੀ, ਬੁਰਾ ਖਾਂਦੇ ਸੀ, ਬੁਰਾ ਪੀਂਦੇ ਸੀ, ਬੁਰਾ ਸੁਣਦੇ ਸੀਗੇ, ਬੁਰਾ ਬੀਜਦੇ ਸੀਗੇ, ਬੁਰਾ ਕਹਿੰਦੇ ਸੀਗੇ ਤੇ ਸਭ ਕੁਝ ਸਾਡੀ ਲਾਈਫ ਦੇ ਵਿੱਚ ਪਾਪ ਹੀ ਰਾਜ ਕਰ ਰਿਹਾ ਸੀਗਾ। ਔਰ ਲਾਸਟ ਜੋ ਸਾਡੀ ਡੈਥ ਹੋ ਜਾਂਦੀ ਸੀ ਅਸੀਂ ਨਰਕ ਵਿੱਚ ਚਲੇ ਜਾਂਦੇ ਸੀਗੇ। ਸਾਡਾ ਪਾਪ ਵਿੱਚ ਜੀਣਾ, ਪਾਪ ਵਿੱਚ ਜਨਮਣਾ ਸਾਨੂੰ ਨਰਕ ਤੱਕ ਪਹੁੰਚਾਉਂਦਾ ਆ। ਬਾਈਬਲ ਦੇ ਵਿੱਚ ਲਿਖਿਆ ਜਦੋਂ ਯੀਸ਼ੂ ਮਸੀਹ ਨੂੰ ਅਸੀਂ ਕਬੂਲ ਕਰਦੇ ਹਾਂ, ਚਾਹੇ ਕੋਈ ਕ੍ਰਿਸਚਨ ਆ, ਚਾਹੇ ਕੋਈ ਮਸੀਹ ਦੇ ਵਿੱਚ ਬਹੁਤ ਸਾਲ ਹੋ ਗਏ ਚੱਲਦੇ ਹਨ, ਚਾਹੇ ਕੋਈ ਨਵਾਂ ਆ ਰਿਹਾ, ਹਰੇਕ ਨੂੰ ਨਵਾਂ ਜਨਮ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਕਈ ਲੋਕ ਕਹਿੰਦੇ ਆ ਮੈਨੂੰ 2 ਸਾਲ ਹੋ ਗਏ ਮਸੀਹ ਦੇ ਵਿੱਚ ਆਉਣ ਨੂੰ, ਮੈਨੂੰ ਨਵੇਂ ਜਨਮ ਦੇ ਬਾਰੇ ਪਤਾ ਨਹੀਂ ਤੇ ਨਾ ਹੀ ਮੈਨੂੰ ਨਵੇਂ ਜਨਮ ਲੈਣ ਦੀ ਜ਼ਰੂਰਤ ਆ। ਪਰ ਮੈਂ ਤੁਹਾਨੂੰ ਅੱਜ ਕਲੀਅਰ ਕਰਨਾ ਚਾਹੁੰਦਾ, ਨਵਾਂ ਜਨਮ ਪ੍ਰਾਪਤ ਕੀਤੇ ਤੋਂ ਬਿਨਾ, ਨਿਊ ਬੌਰਨ ਕੀਤੇ ਤੋਂ ਬਿਨਾ ਤੁਸੀਂ ਪਰਮੇਸ਼ਵਰ ਦੇ ਰਾਜ ਦੇ ਵਿੱਚ ਜਾਣਾ ਤਾਂ ਦੂਰ, ਉਹਨੂੰ ਤੁਸੀਂ ਦੇਖ ਨਹੀਂ ਸਕਦੇ, ਉਹਨੂੰ ਤੁਸੀਂ ਸੀ ਨਹੀਂ ਕਰ ਸਕਦੇ, ਉਹਨੂੰ ਦੇਖ ਨਹੀਂ ਸਕਦੇ। ਕਿਉਂ? ਕਿਉਂਕਿ ਵਿਦਆਊਟ ਨਵਾਂ ਜਨਮ। ਔਰ ਬਾਈਬਲ ਦੇ ਵਿੱਚ ਲਿਖਿਆ, ਯਿਸੂ ਮਸੀਹ ਨੇ ਕਿਹਾ ਜੇਕਰ ਕੋਈ ਨਵੇਂ ਸਿਰੇ ਤੋਂ ਨਾ ਜਨਮੇ ਉਹ ਪਰਮੇਸ਼ਵਰ ਦੇ ਰਾਜ ਨੂੰ ਦੇਖ ਨਹੀਂ ਸਕਦਾ। ਬੜੇ ਧਿਆਨ ਨਾਲ ਸੁਣਨਾ, ਅੱਗੋਂ ਮੈਂ ਤੁਹਾਨੂੰ ਖਾਸ ਗੱਲਾਂ ਇਹਦੇ ਵਿੱਚੋਂ ਸਿਖਾਉਣ ਜਾ ਰਿਹਾ ਹਾਂ। ਅੱਗਿਓ ਨਿਕਦਮੁਸ ਨੇ ਉਸ ਨੂੰ ਆਖਿਆ ਮਨੁੱਖ ਜਾਂ ਬੁੱਢਾ ਹੋ ਗਿਆ ਤਾਂ ਕਿਉਂ ਕਰ ਜੰਮ ਸਕਦਾ ਹੈ? ਕਿ ਇਹ ਹੋ ਸਕਦਾ ਕਿ ਉਹ ਆਪਣੇ ਮਾਂ ਦੀ ਕੁੱਖ ਵਿੱਚ ਦੂਜੀ ਵਾਰ ਜਾਵੇ ਅਤੇ ਜੰਮੇ? ਨਿਕਦਮੁਸ ਨੇ ਯਿਸੂ ਮਸੀਹ ਨੂੰ ਕਿਹਾ ਕਿ ਇਹ ਹੋ ਸਕਦਾ ਆ ਕਿ ਦੁਬਾਰਾ ਇਨਸਾਨ ਜਨਮ ਪ੍ਰਾਪਤ ਕਰਨ ਦੇ ਲਈ ਉਹ ਆਪਣੇ ਮਾਂ ਦੇ ਗਰਭ ਦੇ ਵਿੱਚ ਫਿਰ ਜਾਵੇ ਤੇ ਫਿਰ ਜਨਮੇ। ਯਿਸੂ ਮਸੀਹ ਇਸ ਜਨਮ ਦੇ ਸਰੀਰਕ ਜਨਮ ਦੇ ਬਾਰੇ ਨਹੀਂ ਗੱਲ ਕਰ ਰਿਹਾ ਸੀਗਾ। ਯਿਸੂ ਮਸੀਹ ਜੋ ਗੱਲ ਕਰ ਰਿਹਾ ਸੀਗਾ, ਯਿਸੂ ਮਸੀਹ ਨੇ ਕਿਹਾ, ਜਦੋਂ ਇਹਦੀ ਅਸੀਂ 5 ਆਇਤ ਪੜ੍ਹਦੇ ਹਾਂ 3 ਦੀ 5, ਯਿਸੂ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਅਰ ਆਤਮਾ ਤੋਂ ਨਾ ਜਨਮੇ ਉਹ ਪਰਮੇਸ਼ਵਰ ਦੇ ਰਾਜ ਵਿੱਚ ਵੜ ਨਹੀਂ ਸਕਦਾ। ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਹੈ ਅਤੇ ਜਿਹੜਾ ਆਤਮਾ ਤੋਂ ਜਨਮਿਆ ਉਹ ਆਤਮਾ ਹੈ। ਹਾਲੇਲੂਇਆ। ਜਿਹੜਾ ਸਰੀਰ ਤੋਂ ਜਨਮਿਆ ਉਹ ਸਰੀਰ ਹੈ, ਜਿਹੜਾ ਆਤਮਾ ਤੋਂ ਜਨਮਿਆ ਉਹ ਆਤਮਾ ਹੈ। ਯਿਸੂ ਮਸੀਹ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਦਾ ਕਿ ਨਵਾਂ ਜਨਮ ਕਿੱਦਾਂ ਪ੍ਰਾਪਤ ਕੀਤਾ ਜਾਂਦਾ ਆ, ਮੈਂ ਤੁਹਾਨੂੰ ਉਹਦੀ ਸਿੱਖਿਆ ਦਿੰਦਾ। ਉਹਨੇ ਕਿਹਾ ਕਿ ਜੇਕਰ ਕੋਈ ਜਲ ਅਤੇ ਆਤਮਾ ਦੇ ਨਾਲ ਨਾ ਜਨਮੇ, ਕਈ ਲੋਕ ਜਲ ਦਾ ਬਪਤਿਸਮਾ ਲੈ ਲੈਂਦੇ ਆ ਪਰ ਉਹਨਾਂ ਦਾ ਆਤਮਾ ਜਿਹੜਾ ਆ ਉਹ ਸ਼ੁੱਧ ਨਹੀਂ ਹੁੰਦਾ। ਯਿਸੂ ਮਸੀਹ ਨੇ ਕਿਹਾ ਜਲ ਅਤੇ ਆਤਮਾ, ਜਦੋਂ ਜਲ ਨਾਲ ਤੁਸੀਂ ਬਪਤਿਸਮਾ ਲੈਂਦੇ ਹੋ, ਜਲ ਦੇ ਵਿੱਚ ਡੁੱਬਦੇ ਹੋ, ਜਲ ਦੇ ਵਿੱਚ ਡੈਡ ਹੁੰਦੇ ਹੋ, ਤੇ ਜਦੋਂ ਤੁਸੀਂ ਜਲ ਤੋਂ ਬਾਹਰ ਆਉਂਦੇ ਹੋ, ਬਪਤਿਸਮਾ ਜਦੋਂ ਲੈਂਦੇ ਹੋ, ਤਾਂ ਬਾਈਬਲ ਦੇ ਵਿੱਚ ਲਿਖਿਆ ਉਸੇ ਸਮੇਂ ਪ੍ਰਭੂ ਦਾ ਸਪਿਰਿਟ ਤੁਹਾਨੂੰ ਮਿਲਦਾ, ਪਾਕ ਰੂਹ ਤੁਹਾਨੂੰ ਮਿਲਦਾ, ਪਵਿੱਤਰ ਆਤਮਾ ਤੁਹਾਨੂੰ ਮਿਲਦਾ, ਤੇ ਉਹਨੂੰ ਐਕਸੈਪਟ ਕਰੋ ਤੇ ਆਪਣੇ ਜੀਵਨ ਨੂੰ ਨਵਾਂ ਬਣਾਓ। ਇਹ ਯਿਸੂ ਮਸੀਹ ਦੱਸ ਰਿਹਾ ਸੀਗਾ ਕਿ ਇਹ ਆ ਕਿ ਜੇਕਰ ਕੋਈ ਜਲ ਅਤੇ ਆਤਮਾ ਦੇ ਨਾਲ ਨਾ ਜਨਮੇ ਉਹ ਪਰਮੇਸ਼ਵਰ ਦੇ ਰਾਜ ਦੇ ਵਿੱਚ ਵੜ ਨਹੀਂ ਸਕਦਾ। ਹਾਲੇਲੂਇਆ। ਮੇਰੀ ਸਿਸਟਰ, ਮੇਰੇ ਬ੍ਰਦਰ, ਅੱਜ ਬੜੇ ਮੈਨੂੰ ਉਤਸ਼ਾਹ ਦੇ ਨਾਲ ਵੀ ਕਹਿਣਾ ਪੈ ਰਿਹਾ ਕਿ ਤੁਸੀਂ ਨਵਾਂ ਜਨਮ ਪ੍ਰਾਪਤ ਕਰੋ। ਖਾਸ ਕਰਕੇ ਜਿਹੜੇ ਨੌਜਵਾਨ ਆ ਉਹਨਾਂ ਦਾ ਨਵਾਂ ਜਨਮ ਹੋਣਾ ਚਾਹੀਦਾ ਆ, ਉਹਨਾਂ ਦੀ ਨਵੀਂ ਸੋਚ ਹੋਣੀ ਚਾਹੀਦੀ ਆ, ਉਹਨਾਂ ਦੇ ਨਵਾਂ ਸੁਭਾਅ ਹੋਣਾ ਚਾਹੀਦਾ ਆ। ਜਿਹੜੇ ਬਜ਼ੁਰਗ ਆ ਉਹਨਾਂ ਨੂੰ ਨਵਾਂ ਜਨਮ ਪ੍ਰਾਪਤ ਕਰਨ ਦੀ ਲੋੜ ਆ, ਜਿਹੜੇ ਬੱਚੇ ਆ ਉਹਨਾਂ ਨੂੰ ਨਵਾਂ ਜਨਮ ਪ੍ਰਾਪਤ ਕਰਨ ਦੀ ਲੋੜ ਆ। ਪੁਰਾਣਾ ਸ਼ੈਤਾਨ ਨੇ ਭ੍ਰਿਸ਼ਟ ਕੀਤਾ ਹੋਇਆ ਆ। ਪੁਰਾਣਾ ਤੁਹਾਡਾ ਦੇਖਣਾ, ਅੱਖਾਂ ਨਾਲ ਦੇਖਣਾ ਤੁਹਾਡਾ ਪਾਪ, ਉਹ ਸ਼ੈਤਾਨ ਨੇ ਤੁਹਾਨੂੰ ਭ੍ਰਿਸ਼ਟ ਕੀਤਾ ਹੋਇਆ। ਤੁਹਾਡਾ ਖਾਣਾ ਜਿਹੜਾ ਉਹ ਸ਼ੈਤਾਨ ਨੇ ਭ੍ਰਿਸ਼ਟ ਕੀਤਾ ਹੋਇਆ ਆ। ਤੁਹਾਡਾ ਜਿਹੜਾ ਚੱਲਣਾ ਉਹ ਭ੍ਰਿਸ਼ਟ ਕੀਤਾ ਹੋਇਆ ਆ। ਤੁਹਾਡੀਆਂ ਸੋਚਾਂ ਵਿਚਾਰ
शैतान ने भ्रिष्ट किए हुए आ। इस कारण जरूरी आ कि तुसी पुराना सब कुछ सुट के, पुराना सब कुछ पिछा करके अगे कदम बढ़ाओ ते नवा जन्म प्राप्त करो, जिहदे विच सब कुछ नवा हो जाएगा। हालेलुया, एवरीथिंग न्यू। हालेलुया, सब कुछ परमेश्वर तुहाडा नवा करना चाहुंदा आ। नवा सुभाਅ, नवा खाना पीना, नवा विचार। तो लोग तुहानू देख के कहण कि इस सिस्टर नू की हो गया, इस ब्रदर नू की हो गया, ये पहला वांग क्यों नहीं बोलदा, ये पहला वांग क्यों नहीं चलदा, ये पहला दी संगत विच क्यों नहीं आंदा, ये पहला वाले गाने क्यों नहीं गांदा, ये पहला वांग वो फोन क्यों नहीं देखदा, ये पहला वांग एलईडी क्यों नहीं देखदा, ये पहला वांगू बुरे सॉन्ग क्यों नहीं सुनदा, पहला वाले दा सुभाਅ कित्थे चले गया, पहला ही किस तरह दा सी ते हुण किस तरह दा आ। लोग तुहाडे वास्ते बोलण, जरूरी है बोलना, तुहाडे वाल उंगलियां उठाण कि तुहाडी लाइफ दे विच कुछ चेंज आ रहा आ, तुहाडी लाइफ दे विच कुछ बदलाव आ रहा आ। तुहाडे फ्रेंड्स तुहाडे लई बोलण, तुहाडे माँ पे तुहाडे लई बोलण, तुहाडे हर एक संसार दा व्यक्ति तुहाडे लई बोले कि ये बंदे दे अंदर इन्ना बदलाव, इन्ना चेंज क्यों आ गया, ये क्यों नहीं पहला वांग साडे नाल मिलदा, ये क्यों नहीं साडे नाल पहला वांगू बैठदा। क्योंकि तुहाडा बैठना, तुहाडा सोचना, तुहाडा बोलना, तुहाडा चलना, यीशु मसीह ने सब कुछ चेंज कर दिता। अज कई माँ बाप आ जिहड़े अपने बच्चों तो परेशान आ कि उन्होंने बच्चे बदलते नहीं, जवान आ गलत हरकत करते आ, गलत नशे करते आ, गलत संगत में जाते आ, गलत थिंक्स रखते आ, गलत थॉट्स रखते आ, गलत निगाह रखते आ। क्यों? क्योंकि जरूरी नहीं समझते असी अपने बच्चों को सिखाना। मैं चाहना कि अज पहला तुसी सीखो कि मैं नवा जन्म प्राप्त कर लिया आ। हालेलुया, अपने बच्चों को फिर कहो तुसी नवा जन्म प्राप्त करना आ। हालेलुया, फिर तुहाडे जीवन दे विच बदलाव देख के तुहाडे बच्चे तुहाडे वांग नवा जन्म प्राप्त करनगे। नवा जन्म मतलब सब कुछ नवा, पिछला नहीं होना चाहिए। जे पिछे लड़ते सी तो झगड़ा खत्म होना चाहिए, जे पिछे गाला कढ़ते सी गाला खत्म होनी चाहिए, जे पिछे बुरा पींदे सी बुरा पीना बंद होना चाहिए आ, जे बुरियां जगहों ते जांदे बुरियां जगहों बंद होनी चाहिए, बुरी संगत बंद होनी चाहिए आ। हालेलुया, हर एक भरमाने वाली बदरू तुहाडे नूं छड्ड के जानी चाहिए आ, हर एक पुराने तुहाडे ख्याल छड्ड के जाने चाहिए आ, हर एक पुराना सुभाਅ तुहानूं छड्ड के जाना चाहिए आ। जे तुहाडा पुराना सुभाਅ तुहाडे नाल आ, नवा जन्म प्राप्त नहीं कीता। जे तुसी पहला वांग गुस्सेखोर हो, तुसी नवा जन्म प्राप्त नहीं कीता। पहल वांग चुंगिया निंदिया करदे हो तो तुसी नवा जन्म प्राप्त नहीं कीता। सानू जरूर आ न्यू जन्म प्राप्त करन दी, कुछ बदलाव साडी लाइफ दे विच आए। यीशु मसीह चाहता कि तुहाडी जिंदगी दे विच इस तरह दा मैं बदलाव देखा ताकि तुसी एक स्वर्ग तक पहुँच सको, एक परमेश्वर की इच्छा को पूरा कर सको। हालेलुया, किद्दां हो सकदा आ जदों असी पुराने जीवन नूं त्यागांगे, पुराने जीवन तो बाहर आवांगे। हालेलुया, खास करके मेरा जवानां लई संदेश आ कि तुसी नवा जन्म प्राप्त करो। जिथे किते भी तुसी हो, किसी भी कंट्री च हो, अज तुहानूं नवा जन्म प्राप्त करने की लोड़ है। मेरी सिस्टर, मेरे ब्रदर्स, अज अपने विचारां नूं बदलण दी लोड़ आ। जे तेरा शरीर तेरे वस विच नहीं तो उन्होंने मार ते कुट, उन्होंने वस विच कर। संत पौलुस कहंदा है उन्होंने अपने कंट्रोल दे विच कर, तू पाप ना करें, तू खुदा दी हजूरी चो शेकिया ना जाए। इस करके जरूरी है तू नवा जन्म प्राप्त कर। हालेलुया, आओ मेरे नाल एक वचन परमेश्वर दे, जो असीं पहला यूहन्ना पढ़ते हैं बाइबल दे विचों बड़े ध्यान दे नाल ये वचनां नूं देखना, सीखना ते पढ़ना। हालेलुया, पहला यूहन्ना जो असीं पत्रियां दे विच आने आ, बहुत ही खास इत्थे असीं परमेश्वर दा हुण वचन पढ़न जा रहे हैं। हालेलुया, इत्थे लिखिया आ जदों पहला यूहन्ना उहदा 5 अध्याय 1 जॉन चैप्टर 5 वर्स 1 मैं पढ़ांगा बाइबल दे विचों, ध्यान नाल सुनना। हर कोई जिहड़ा यीशु नूं मसीह करके मानदा है वह परमेश्वर तो जम्मिया होया है। जे तुसी यीशु नूं मसीह करके परमेश्वर दा पुत्र करके जानदे हो तां तुसी परमेश्वर तो जन्म प्राप्त कीता है। अते हर कोई जिहड़ा जनन वाले नाल प्रेम रखदा है वो उस नाल भी प्रेम रखदा है जो उस तो जन्मिया है। हालेलुया, यीशु मसीह ने इत्थे अपने दास के जरिए लिखत भेजी कि हरेक जिहड़ा परमेश्वर तो जन्मिया आ वो परमेश्वर नूं प्रेम करदा आ, अते वो प्रेम यीशु नूं लव करदा है, यीशु नूं मुहब्बत करदा आ। हालेलुया, यीशु दे बचनां नूं लव करदा आ। यीशु दे लव तो बिना वो रह नहीं सकदा। वो फीलिंग जिहड़ी आ वो सारी शरीरक फीलिंग, आत्मिक फीलिंग परमेश्वर दे वालों रखदा आ।
पर शैतान उल्टा सानू सिखाना शुरू करता, पिछे नूं खिंचना शुरू करता है, साडियां सोचां विचारां नूं गंदगी दे विच धकेलदा है, जवानां नूं खास करके। मैं चाहना है कि तुसी अपने जीवन च बदलाव लैके आओ, चेंज लैके आओ, क्योंकि परमेश्वर चाहता है कि तुसी परमेश्वर नाल लव करो, परमेश्वर नाल मुहब्बत करो जो परमेश्वर ने साना कीती आ। बड़े ध्यान नाल अगला वचन सुनना, बहुत ही खास वचन जिहड़ा मैं अज जिहड़ा पूरा वचन इस वचन दे उत्ते आधारित आ। ध्यान नाल सुनना, यदि 5 दी जो असीं 4 आयत पढ़ते हैं, इत्थे लिखिया आ 1 जॉन चैप्टर 5 वर्स 4, 4 आयत दे विच लिखिया आ, क्यों जो हरेक जिहड़ा परमेश्वर तो जम्मिया है वो संसार उत्ते फतेह पाउंदा है, और फतेह यह है जिहने संसार उत्ते फतेह पाई, अर्थात साडी नेचा। बड़े ध्यान नाल सुनना, इत्थे लिखिया आ जिहड़ा परमेश्वर तो जन्मिया वो संसार दे उत्ते विजय पांदा आ, संसार दे उत्ते विक्ट्री लैके आंदा आ, संसार दे उत्ते वो जित प्राप्त करदा आ, वो फतेह हासिल करदा आ, विक्ट्री हासिल करदा आ। विक्ट्री हासिल क्यों करनी जरूरी आ संसार दे उत्ते? बाइबल दे विच लिखिया तुसी संसार दे नहीं हो, संसार दे नाल मोह ना रखो, संसार दे नाल मुहब्बत ना रखो। संसार तो परमेश्वर ने तुहानूं अलग कर लिया आ, परमेश्वर ने तुहानूं बखरा कर दिता आ, परमेश्वर ने तुहानूं चेंज कर दिता आ, तुहाडा सुभाਅ चेंज कर दिता। संसार दे नाल असीं मेल इस करके नहीं खांदे क्योंकि असीं परमेश्वर दे आ, संसार जिहड़ा वो शैतान तो आ। बाइबल दे विच लिखिया तुहाडे जीवन दे विच बदलाव आ जांदा जदों तुसीं परमेश्वर तो जन्म प्राप्त करदे हो। ਜਿਹੜੇ परमेश्वर तो जन्म प्राप्त कर रहे आ ਉਹ संसार ਦੇ ਉੱਤੇ फतेह पांदे आ, संसार ਦੇ ਕੰਮਾਂ ਦੇ ਉੱਤੇ फतेह पांदे आ, संसार ਦੀਆਂ ਅਭਿਲਾਸ਼ਾਂ ਦੇ ਉੱਤੇ फतेह पांदे आ, ਸਰੀਰ ਦੀਆਂ ਅਭਿਲਾਸ਼ਾਂ ਦੇ ਉੱਤੇ फतेह पांदे आ, ਸਰੀਰ ਦੇ ਕੰਮਾਂ ਦੇ ਉੱਤੇ फतेह पांदे आ, ਸਰੀਰ ਨੂੰ ਆਪਣੇ ਬਸ ਵਿੱਚ ਰੱਖਦੇ ਆ ਔਰ परमेश्वर ਦੀ ਪਵਿੱਤਰਤਾ ਨੂੰ ਅਪਣਾਉਂਦੇ ਆ। संसार ਦੇ ਵਿੱਚ ਸਾਨੂੰ ਪਾਪ ਮਿਲੇਗਾ, अशांति मिलेगी, दुख मिलेगा, ठोकरा मिलेगी, धोखाधड़ी मिलेगी, विश्वासघात मिलेगा, सानू हर तरीके की बुराई मिलेगी, इत्थों तक कि इस संसार दे विचों सानू नरक तक नरक रास्ता मिलेगा। पर इसे करके यीशु मसीह कह रहा तुसी संसार दे नहीं हो, मैं संसार नू जित लिया। डोंट वेरी, घबराओ ना, डरो ना, मैं जित लिया। तुसी खड़े रहो तो मेरे प्रकाश नू वेखोगे, मेरे जलाल नू वेखोगे। इस करके असी संसार दे वर्गे नहीं हाँ, असी संसार तो उल्ट चलण वाले लोग हाँ। तो बाइबल दे विच लिखिया यूसुफ ने परमेश्वर नू जान लिया सीगा। यूसुफ दे वांग तुहाडी लाइफ होनी चाहिए आ। यूसुफ बाइबल दे विच जवान सीगा। अज मैं जो जवानां लई संदेश देना चाहना, यूसुफ जवान सीगा पर उन्हें संसार दी अभिलाषा नू नहीं अपनाया, शरीर दी अभिलाषा नू नहीं अपनाया, वो भज्जिया दौड़िया। बाइबल दे विच लिखिया इसे कारण क्योंकि उन्हें नवा जन्म प्राप्त किया होया सीगा। जे पुराना जन्म आ तुसी डिग जाओगे, नाश हो जाओगे, खत्म हो जाओगे, तुहानूं कोई आस नहीं रहेगी, तुसी निराशा विच चले जाओगे, तुहाडीआं चिंतावां वध जाणगीआं, तुहाडीआं अभिलाषा वध जाणगीआं, तुसी नरक वल अपना पैड़ा कट्टोगे। बाइबल दे विच लिखिया परमेश्वर चाहता है कि तुसी संसार दे उत्ते जित प्राप्त करनी आ ते मैं कर चुका हाँ। हालेलुया। डरो ना, घबराओ ना। जिहड़ा परमेश्वर तो जन्मिया वो संसार दे उत्ते फतेह पांदा। कि तुहाडे अंदर स्ट्रोंग विश्वास हैगा कि तुसी संसार दीयां चीज़ां दे उत्ते फतेह पा सको, संसार दे कम्मां ते फतेह पा सको। बाइबल दे विच लिखिया संसार दा राजा शैतान आ ते शैतान दे कम्मां ते फतेह पा सको। हालेलुया। कहो मैं पा सकदा हाँ। आमीन। कहो मैं पा सकदी हाँ। कहो मैं कदे परमेश्वर के वचन नूं उल्लंघन नहीं करांगा, नहीं करांगी। ਜਿਹੜੇ मैं चाहना आ 30 साल तो थले थले आ, मैं चाहना वो सारे दे सारे ਜਿਹੜੇ वीडियो नूं देख रहे 30 साल 30 ईयर तो नीचे आ, अपने मूँह तो, अपने अखां तो, अपने सोचा तो, अपने दिल तो कहो कि असीं कर सकते हैं, असीं न्यू जन्म प्राप्त कर चुके हैं। हालेलुया। आमीन बोल के परमेश्वर की तारीफ करो, क्योंकि संसार के उत्ते जित पानी थोड़े वास्ते बड़ी जरूरी इंपॉर्टेंट आ। उस तो बगैर तुसी परमेश्वर की हजूरी च नहीं टिक सकते। किते ना किते शैतान तुहानूं बहका लवेगा, किते ना किते शैतान तुहानूं भरमा लेगा। मैं चाहना है कि तुसी चैलेंज करो शैतान नूं। आई एम रेडी ते नाल युद्ध करन दे लई। मैं संसार दीयां सारियां बिलाशां नूं डिलीट करदा हाँ।
ਤੇ ਮੈਂ ਜੇਤੂ ਜੀਵਨ ਬਿਤਾਉਣ ਦੇ ਲਈ ਤਿਆਰ ਹੁੰਨਾ ਆ। ਹਾਲੇਲੂਇਆ। ਇੱਥੇ ਲਿਖਿਆ ਸੰਸਾਰ ਦੇ ਵਿੱਚ ਆਲ ਥਿੰਗਸ ਆ ਜਾਂਦੀਆਂ, ਆਲ ਰਿਸ਼ਤੇ ਆ ਜਾਂਦੇ ਆ, ਆਲ ਥਿੰਗਸ ਆ ਜਾਂਦੀਆਂ, ਆਲ ਚੀਜ਼ਾਂ ਆ ਜਾਂਦੀਆਂ, ਸਭ ਕੁਝ ਆ ਜਾਂਦਾ ਆ। ਅਤੇ ਮੈਂ ਚਾਹਨਾ ਕਿ ਮੇਰੀ ਬੇਟੀ ਮੇਰੇ ਬੇਟੇ ਤੂੰ ਸੰਸਾਰ ਦੇ ਉੱਤੇ ਜਿੱਤ ਪ੍ਰਾਪਤ ਕਰ। ਸੰਸਾਰ ਪਾਪ ਵੱਲ ਨੂੰ ਜਾ ਰਿਹਾ, ਸੰਸਾਰ ਨਰਕ ਵੱਲ ਨੂੰ ਜਾ ਰਿਹਾ, ਪਰ ਤੂੰ ਉਸ ਤੋਂ ਉਲਟ ਮਸੀਹ ਦੇ ਵੱਲ ਨੂੰ ਆ ਰਹੀ ਆ, ਜ਼ਿੰਦਗੀ ਦੇ ਵੱਲ ਨੂੰ ਆ ਰਹੀ ਆ, ਜ਼ਿੰਦਗੀ ਪ੍ਰਾਪਤ ਕਰਨ ਲਈ ਆ ਰਹੀ ਆ, ਨਿਊ ਜਨਮ ਪ੍ਰਾਪਤ ਕਰ ਰਹੀ ਆ। ਨਵੇਂ ਜਨਮ ਦੀ ਮੈਂ ਤੁਹਾਨੂੰ ਖਾਸ ਗੱਲ ਦੱਸਦਾ ਕਿ ਨਵੇਂ ਜਨਮ ਦੇ ਜਿਨ੍ਹਾਂ ਨੇ ਪਾ ਲਿਆ ਆ ਉਹਨਾਂ ਦੇ ਅੰਦਰ ਪਰਮੇਸ਼ਵਰ ਦੀ ਆਤਮਾ ਦਾ ਅਭਿਸ਼ੇਕ ਰਹਿੰਦਾ ਆ। ਉਹ ਦਿਨ ਰਾਤ ਪਰਮੇਸ਼ਵਰ ਦੇ ਲਈ ਵੱਧਦੇ ਜਾਂਦੇ ਆ, ਦਿਨ ਰਾਤ ਆਪਣੇ ਆਪ ਨੂੰ ਤਿਆਰ ਕਰਦੇ ਆ। ਦਿਨ ਜਵਾਨ ਜਿਹੜੇ ਆ ਉਹਨਾਂ ਦੇ ਅੰਦਰ ਬੁਰੀ ਸੋਚ ਕੰਮ ਨਹੀਂ ਕਰਦੀ, ਉਹਨਾਂ ਦੇ ਅੰਦਰ ਕਦੇ ਵੀ ਆਪਣੇ ਮਾਪੇ ਨੂੰ ਦੁੱਖ ਦੇਣ ਦੇ ਲਈ ਸੋਚ ਨਹੀਂ ਪੈਦਾ ਹੁੰਦੀ, ਆਪਣੇ ਫੈਮਿਲੀ ਨੂੰ ਦੁੱਖ ਦੇਣ ਲਈ ਸੋਚ ਨਹੀਂ ਪੈਦਾ ਹੁੰਦੀ, ਰਿਸ਼ਤੇ ਤੋੜਨ ਦੀ ਸੋਚ ਪੈਦਾ ਨਹੀਂ ਹੁੰਦੀ, ਜਾਂ ਕਿ ਕੋਈ ਨਸ਼ਾ ਕਰਨ ਦੇ ਲਈ ਸੋਚ ਪੈਦਾ ਨਹੀਂ ਹੁੰਦੀ, ਜਾਂ ਕਿ ਕਿਸੇ ਨਾਲ ਗਲਤ ਵਰਤਾਓ ਕਰਨ ਦੇ ਲਈ ਸੋਚ ਪੈਦਾ ਨਹੀਂ ਹੁੰਦੀ, ਜਾਂ ਕਿ ਉਹ ਸ਼ੈਤਾਨੀ ਜਗ੍ਹਾ ਤੇ ਜਾ ਕੇ ਸ਼ੈਤਾਨ ਦੀ ਪੂਜਾ ਕਰਨ ਇਹ ਸੋਚ ਪੈਦਾ ਨਹੀਂ ਹੁੰਦੀ, ਜਾਂ ਬੁਰੀ ਝੁੰਡੀ ਦੇ ਵਿੱਚ ਬੈਠਣ ਲਈ ਉਹਨਾਂ ਦੇ ਅੰਦਰ ਸੋਚ ਪੈਦਾ ਨਹੀਂ ਹੁੰਦੀ, ਬਲਕਿ ਉਹ ਹਮੇਸ਼ਾ ਦੇਖਦੇ ਆ ਮੈਂ ਪਵਿੱਤਰ ਆ, ਮੇਰੇ ਮਾਪੇ ਪਵਿੱਤਰ ਆ, ਮੇਰਾ ਬਣਾਉਣ ਵਾਲਾ ਸੱਦਣ ਵਾਲਾ ਯੀਸ਼ੂ ਮਸੀਹ ਪਵਿੱਤਰ ਆ, ਤੇ ਮੈਂ ਵੀ ਪਵਿੱਤਰ ਰਹਿਣਾ ਆ। ਹਾਲੇਲੂਇਆ। ਤੇ ਤੁਸੀਂ ਵੀ ਸੁੱਖ ਪਾਓਗੇ, ਤੁਹਾਡੇ ਬੱਚੇ ਵੀ ਸੁੱਖ ਪਾਣਗੇ, ਕਾਮਯਾਬ ਹੋਗੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਅੱਜ ਜੋ ਮੈਂ ਤੁਹਾਨੂੰ ਮੈਸੇਜ ਦੇ ਰਿਹਾ ਡਾਇਰੈਕਟ ਪਵਿੱਤਰ ਆਤਮਾ ਤੁਹਾਡੇ ਤੱਕ ਪਹੁੰਚਾ ਰਿਹਾ ਆ। ਇਹਨੂੰ ਐਕਸੈਪਟ ਕਰੋ, ਇਹਨੂੰ ਮੰਨੋ ਆਪਣੀ ਲਾਈਫ ਦੇ ਵਿੱਚ। ਜੇ ਤੁਸੀਂ ਅੱਜ ਨਵਾਂ ਜਨਮ ਪ੍ਰਾਪਤ ਕਰ ਲਿਆ, ਨਿਊ ਬੌਰਨ ਪਾ ਲਿਆ, ਤਾਂ ਤੁਸੀਂ ਧਰਤੀ ਤੇ ਨਹੀਂ ਆਸ਼ੀਸ਼ ਪਾਓਗੇ ਇਕੱਲੇ, ਬਲਕਿ ਪਰਮੇਸ਼ਵਰ ਤੁਹਾਨੂੰ ਸਵਰਗ ਦੇ ਵਿੱਚ ਵੀ ਆਸ਼ੀਸ਼ ਦੇਵੇਗਾ। ਸਵਰਗ ਦੇ ਰਾਜ ਨੂੰ ਤੁਸੀਂ ਦੇਖੋਗੇ। ਬਾਈਬਲ ਦੇ ਵਿੱਚ ਲਿਖਿਆ ਤੁਸੀਂ ਸਵਰਗ ਦੇ ਰਾਜ ਨੂੰ ਵੀ ਵੇਖੋਗੇ, ਸਵਰਗ ਦੇ ਰਾਜ ਦੇ ਵਿੱਚ ਪ੍ਰਵੇਸ਼ ਕਰੋਗੇ। ਸਵਰਗ ਦੇ ਰਾਜ ਨੂੰ ਕੇਵਲ ਵੇਖੋਗੇ ਨਹੀਂ, ਬਲਕਿ ਤੁਸੀਂ ਅਧਿਕਾਰੀ ਹੋ ਜਾਓਗੇ। ਹਾਲੇਲੂਇਆ। ਤੁਸੀਂ ਆਪਣੇ ਮਾਪੇ ਦੇ ਘਰ ਦੇ ਵਿੱਚ ਜਨਮੇ ਹੋ ਤੇ ਤੁਸੀਂ ਬੜੇ ਗਰਭ ਦੇ ਨਾਲ ਕਹਿ ਰਹੇ ਹੋ ਮੇਰੇ ਮਾਪੇ ਦਾ ਘਰ ਮੇਰਾ ਘਰ ਆ। ਤੁਸੀਂ ਕਹਿੰਦੇ ਆ ਇਟ ਇਜ਼ ਮਾਈ ਹਾਊਸ। ਹਾਲੇਲੂਇਆ। ਤੁਸੀਂ ਆਪਣੇ ਘਰ ਨੂੰ ਦੇਖ ਕੇ ਕਹਿੰਦੇ ਆ ਇਟ ਇਜ਼ ਮਾਈ ਹਾਊਸ, ਜਦ ਕਿ ਤੁਸੀਂ ਉਹਨੂੰ ਬਣਾਇਆ ਨਹੀਂ, ਜਦ ਕਿ ਤੁਸੀਂ ਉਸ ਤੇ ਮਿਹਨਤ ਹੀ ਨਹੀਂ ਕੀਤੀ, ਜਦ ਕਿ ਤੁਸੀਂ ਉੱਤੇ ਕੋਈ ਖਰਚਾ ਨਹੀਂ ਕੀਤਾ, ਪਰ ਤੁਸੀਂ ਕਹਿੰਦੇ ਆ ਇਟ ਇਜ਼ ਮਾਈ ਹਾਊਸ। ਹਾਲੇਲੂਇਆ। ਕਿਉਂ ਕਹਿੰਦੇ ਹੋ? ਕਿਉਂਕਿ ਤੁਹਾਡੇ ਮਾਪੇ ਦਾ ਘਰ ਤੁਹਾਡਾ ਘਰ ਆ। ਸੇਮ ਇਸੇ ਤਰ੍ਹਾਂ ਜਦੋਂ ਤੁਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਜਨਮਦੇ ਹੋ ਤੇ ਤੁਸੀਂ ਕਹਿੰਦੇ ਹੋ ਸੈਵਨ ਜਿਹੜਾ ਸਵਰਗ ਆ ਉਹ ਸਾਡਾ ਘਰ ਆ। ਹਾਲੇਲੂਇਆ। ਜਿਹੜਾ ਸਵਰਗ ਦਾ ਪਰਮੇਸ਼ਵਰ ਆ ਉਹ ਸਾਡਾ ਪਰਮੇਸ਼ਵਰ ਆ। ਜਿਹੜਾ ਸਵਰਗ ਦਾ ਰਾਜਾ ਉਹ ਸਾਡਾ ਰਾਜਾ ਆ। ਜਿਹੜਾ ਸਵਰਗ ਦਾ ਚੰਗਾ ਕਰਨ ਵਾਲਾ ਪਰਮੇਸ਼ਵਰ ਉਹ ਸਾਡਾ ਪਰਮੇਸ਼ਵਰ ਆ। ਮੇਰੀ ਬੇਟੀ ਅੱਜ ਤੇਰੀ ਲਾਈਫ ਦੇ ਵਿੱਚ ਮੈਂ ਬਦਲਾਅ ਦੇਖ ਰਿਹਾ, ਆਤਮਾ ਦੇ ਵਿੱਚ ਮੈਂ ਇੱਕ ਚੇਂਜ ਦੇਖ ਰਿਹਾ ਆ। ਹਾਲੇਲੂਇਆ। ਮੈਂ ਇੱਕ ਬਦਲਾਅ ਦੇ ਵੱਲ ਤੇਰੀ ਲਾਈਫ ਨੂੰ ਮੈਂ ਦੇਖ ਰਿਹਾ, ਤੇਰੇ ਅੰਦਰ ਹਿੰਮਤ ਦੇਖ ਲਿਆ, ਦਲੇਰੀ ਦੇਖ ਰਿਹਾ। ਮੈਂ ਦੇਖ ਰਿਹਾ ਜਿਹੜੇ ਐਜੂਕੇਸ਼ਨ ਬੱਚੇ ਕਰਦੇ ਆ, ਪੜ੍ਹਦੇ ਆ, ਕਾਲਜ ਜਾਂਦੇ ਆ, ਜਾਂ ਕੋਈ ਡਿਗਰੀ ਹਾਸਲ ਕਰਨਾ ਚਾਹੁੰਦੇ ਆ, ਪਰਮੇਸ਼ਵਰ ਨੂੰ ਬਲੈਸ ਕਰਿਆ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਤੁਹਾਡੀਆਂ ਡਿਗਰੀਆਂ ਯੀਸ਼ੂ ਮਸੀਹ ਕਲੀਅਰ ਕਰ ਰਿਹਾ ਆ। ਯੀਸ਼ੂ ਮਸੀਹ ਦੇ ਨਾਮ ਵਿੱਚ ਚਿੰਤਾ ਦੇ ਵਿੱਚ ਨਾ ਰਹੋ, ਚਿੰਤਾ ਦੇ ਵਿੱਚ ਨਾ ਰਹੋ। ਪਰਮੇਸ਼ਵਰ ਨੇ ਤੁਹਾਨੂੰ ਸੰਸਾਰ ਤੋਂ ਵੱਖਰਾ ਕਰ ਦਿੱਤਾ ਆ। ਹਾਲੇਲੂਇਆ। ਇਸ ਕਰਕੇ ਮੇਰੀ ਬੇਟੀ ਤੂੰ ਤਿਆਰ ਹੋ, ਕਿਉਂਕਿ ਖੁਦਾ ਤੇਰੀ ਬਾਹ ਫੜੀ ਬੈਠਾ ਆ। ਪਰਮੇਸ਼ਵਰ ਤੇਰੇ ਲਈ ਰਸਤਾ ਬਣਾ ਰਿਹਾ, ਪਰਮੇਸ਼ਵਰ ਤੈਨੂੰ ਵਧਾਉਣ ਜਾ ਰਿਹਾ ਆ, ਪਰਮੇਸ਼ਵਰ ਤੇਰੀ ਲਾਈਫ ਨੂੰ ਚੇਂਜ ਕਰਨ ਜਾ ਰਿਹਾ ਆ। ਹਾਲੇਲੂਇਆ। ਪ੍ਰੇਜ਼ ਦਾ ਲਾਰਡ। ਥੈਂਕ ਯੂ ਜੀਸਸ। ਮੈਂ ਆਤਮਾ ਦੇ ਵਿੱਚ ਦੇਖ ਰਿਹਾ ਕੁਝ ਬੈਡ ਥਿੰਕ, ਕੁਝ ਗਲਤ ਇਰਾਦੇ ਜਿਹੜੇ ਸ਼ੈਤਾਨ ਨੇ ਤੁਹਾਡੇ ਖਿਲਾਫ ਰੱਖੇ ਹੋਏ ਸੀਗੇ, ਅੱਜ ਉਹ ਖਤਮ ਹੋ ਰਿਹਾ ਯੀਸ਼ੂ ਮਸੀਹ ਦੇ ਨਾਮ ਵਿੱਚ। ਤੁਹਾਡੇ ਘਰਾਂ ਦੇ ਵਿੱਚੋਂ ਮੈਂ ਦੇਖ ਰਿਹਾ ਦੁਸ਼ਟ ਆਤਮਾ ਉਖੜ ਕੇ ਬਾਹਰ ਆ ਰਹੀਆਂ ਆ। ਹਾਲੇਲੂਇਆ। ਤੁਹਾਡੇ ਜੀਵਨਾਂ ਦੇ ਵਿੱਚੋਂ ਉਖੜ ਕੇ ਸ਼ੈਤਾਨੀ ਆਤਮਾ ਬਾਹਰ ਆ ਰਹੀਆਂ ਆ। ਤੁਸੀਂ ਟੋਟਲ ਫ੍ਰੀ ਹੋ ਰਹੇ ਹੋ। ਬਿਮਾਰੀਆਂ ਉਖੜ ਕੇ ਬਾਹਰ ਆ ਰਹੀਆਂ, ਦਰਦਾਂ ਉਖੜ ਕੇ ਬਾਹਰ ਆ ਰਹੀਆਂ, ਗਿਲਟੀਆਂ ਰਸੌਲੀਆਂ ਉਖੜ ਕੇ ਬਾਹਰ ਆ ਰਹੀਆਂ ਆ। ਹਾਲੇਲੂਇਆ। ਨਵੀਆਂ ਨਜ਼ਰਾਂ ਮਿਲ ਰਹੀਆਂ ਆ, ਨਵੇਂ ਕੰਮ ਬਣ ਰਹੇ ਆ, ਕਿਉਂਕਿ ਨਵੇਂ ਜਨਮ ਦੇ ਵਿੱਚ ਸਭ ਕੁਝ ਨਵਾਂ ਤੁਸੀਂ ਦੇਖਣ ਜਾ ਰਹੇ ਹੋ। ਆਪਣੀ ਜ਼ਿੰਦਗੀ ਦੇ ਵਿੱਚ ਨਵੇਂ ਰਿਸ਼ਤੇ ਜੁੜਨ ਜਾ ਰਹੇ ਆ, ਨਵੀਂ ਸੋਚ ਆ ਰਹੀ ਆ, ਨਵੇਂ ਵਿਚਾਰ, ਨਵੇਂ ਪਲਾਨਸ ਬਣ ਰਹੇ ਆ। ਤੁਹਾਡੀ ਫੈਕਟਰੀਆਂ ਦੇ ਵਿੱਚ, ਤੁਹਾਡੀ ਜੌਬ ਦੇ ਵਿੱਚ, ਤੁਹਾਡੀਆਂ ਦੁਕਾਨਾਂ ਦੇ ਵਿੱਚ, ਤੁਹਾਡੇ ਘਰ ਦੇ ਵਿੱਚ, ਤੁਹਾਡੇ ਪਲਾਟ ਦੇ ਵਿੱਚ, ਮੈਂ ਦੇਖ ਰਿਹਾ ਤੁਹਾਡੇ ਖੇਤਾਂ ਦੇ ਵਿੱਚ, ਤੁਹਾਡੇ ਮਾਲ ਡੰਗਰਾਂ ਦੇ ਵਿੱਚ, ਮੈਂ ਸਭ ਕੁਝ ਨਵਾਂ ਹੁੰਦਾ ਉਹ ਕੁਝ ਦੇਖ ਰਿਹਾ ਆ। ਹਾਲੇਲੂਇਆ। ਸਭ ਕੁਝ ਨਵਾਂ ਤੁਸੀਂ ਦੇਖੋਗੇ, ਨਵਾਂ ਰਿਸੀਵ ਕਰੋਗੇ, ਕਿਉਂਕਿ ਤੁਹਾਡਾ ਪਾਪ ਵਾਲਾ ਜੀਵਨ ਮਰਨ ਜਾ ਰਿਹਾ ਆ, ਡੈਡ ਹੋਣ ਜਾ ਰਿਹਾ ਆ, ਤੇ ਪਰਮੇਸ਼ਵਰ ਤੁਹਾਨੂੰ ਇੱਕ ਨਵਾਂ ਜਨਮ ਦੇਣ ਜਾ ਰਿਹਾ ਆ, ਇੱਕ ਨਵੀਂ ਰੋਟੀ ਦੇਣ ਜਾ ਰਿਹਾ ਆ। ਸਭ ਕੁਝ ਨਵਾਂ ਹੋ ਜਾਏਗਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ।
ਹਾਲੇਲੂਇਆ। ਇੱਥੇ ਲਿਖਿਆ ਆ ਜਿਹੜਾ ਸੰਸਾਰ ਦੇ ਉੱਤੇ ਫਤਿਹ ਪਾਉਂਦਾ ਤੁਹਾਡੀ ਨੇਚਾ, ਤੁਹਾਡਾ ਈਮਾਨ ਆ। ਤੁਹਾਡੇ ਅੰਦਰ ਵਿਸ਼ਵਾਸ ਇੰਨਾ ਹੋਣਾ ਚਾਹੀਦਾ, ਤੁਹਾਡੇ ਅਗੂਏ ਤੇ ਤੁਹਾਡਾ ਚਰਚ ਤੇ ਤੁਹਾਡੇ ਪਰਮੇਸ਼ਰ ਦੇ ਵਚਨ ਤੇ ਇੰਨਾ ਈਮਾਨ ਹੋਣਾ ਚਾਹੀਦਾ ਕਿ ਤੁਸੀਂ ਫੇਲ ਨਹੀਂ ਹੋਣਾ, ਤੁਸੀਂ ਘਬਰਾਣਾ ਨਹੀਂ, ਡਰਨਾ ਨਹੀਂ, ਤੁਸੀਂ ਅੱਗੇ ਵਧੋਗੇ। ਹਰ ਇੱਕ ਪ੍ਰੀਖਿਆ ਨੂੰ ਪਾਸ ਕਰਕੇ ਅੱਗੇ ਵਧੋਗੇ, ਤੁਸੀਂ ਚੰਗੇ ਹੋਵੋਗੇ। ਘਰ ਦੇ ਵਿੱਚ ਤੁਹਾਡੇ ਸਰਗੀ ਆਏਗੀ, ਸ਼ਾਂਤੀ ਆਏਗੀ, ਤਸੱਲੀ ਆਏਗੀ, ਸ਼ਿਫਾ ਆਏਗੀ, ਛੁਟਕਾਰਾ ਆਏਗਾ, ਸਕਸੈਸ ਹੋਗੇ। ਇਹ ਈਮਾਨ ਤੁਹਾਡਾ ਸਟਰੋਂਗ ਹੋਣਾ ਚਾਹੀਦਾ ਆ। ਜਿਨ੍ਹਾਂ ਦਾ ਈਮਾਨ ਕੱਚਾ ਹੋ ਗਿਆ, ਸ਼ੈਤਾਨ ਨੇ ਉਹਨਾਂ ਨੂੰ ਫੜ ਲੈਣਾ ਹੈ। ਮੈਂ ਚਾਹੁੰਦਾ ਈਮਾਨ ਦੇ ਵਿੱਚ ਪੱਕੇ ਰਹੀਏ। ਔਰ 6 ਆਇਤ ਵੀ ਮੇਰੇ ਨਾਲ ਤੁਸੀਂ ਖੋਲੋ। ਜਦੋਂ ਅਸੀਂ ਦੇਖਦੇ ਹਾਂ 6 ਨੂੰ ਛੱਡ ਕੇ ਅਸੀਂ 7 ਆਇਤ ਪੜਾਂਗੇ। ਅਤੇ ਆਤਮਾ ਉਹ ਹੈ ਜਿਹੜਾ ਸਾਖੀ ਦਿੰਦਾ ਹੈ, ਜੋ ਆਤਮਾ ਸੱਚਾਈ ਹੈ। ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਪਰਮੇਸ਼ਵਰ ਸਾਨੂੰ ਸੱਚਾਈ ਤੇ ਨਵਾਂ ਜਨਮ ਚਲਾਉਂਦਾ ਆ। ਨਵੇਂ ਜਨਮ ਦੇ ਵਿੱਚ ਅਸੀਂ ਸੱਚਾਈ ਤੇ ਚੱਲਣਾ ਸ਼ੁਰੂ ਕਰਦੇ ਹਾਂ। ਹਾਲੇਲੂਇਆ। ਅੱਜ ਹਰੇਕ ਜਿਹੜਾ ਪਰਮੇਸ਼ਵਰ ਦਾ ਵਚਨ ਸੁਣਦਾ, ਮੰਨਦਾ, ਵਿਸ਼ਵਾਸ ਕਰ ਲੈਂਦਾ, ਪਰਮੇਸ਼ਵਰ ਉਹਨੂੰ ਇੱਕ ਨਿਊ ਬੌਰਨ ਦਿੰਦਾ ਆ। ਨਵੇਂ ਜਨਮ ਦੇ ਵਿੱਚ ਤੁਸੀਂ ਪ੍ਰਵੇਸ਼ ਹੁੰਦੇ ਹੋ। ਨਿਊ ਲਾਈਫ ਤੁਹਾਨੂੰ ਪਰਮੇਸ਼ਵਰ ਦਿੰਦਾ ਆ। ਨਿਊ ਲਾਈਫ ਪਾਰਟਨਰ ਵੀ ਪਰਮੇਸ਼ਵਰ ਤੁਹਾਨੂੰ ਦਿੰਦਾ ਆ। ਔਰ ਮੈਂ ਦੇਖ ਰਿਹਾ ਨਿਊ ਬਰਕਤ ਪਰਮੇਸ਼ਵਰ ਤੁਹਾਡੇ ਵੱਲ ਦਿੰਦਾ ਆ। ਨਿਊ ਅਭਿਸ਼ੇਕ ਤੁਹਾਨੂੰ ਦਿੰਦਾ ਆ। ਉਹਨੂੰ ਰਿਸੀਵ ਕਰਨਾ ਨਹੀਂ ਕਰਨਾ ਤੁਹਾਡੇ ਵੱਸ ਵਿੱਚ ਆ। ਹਾਲੇਲੂਇਆ। ਔਰ ਨਿਊ ਬੀਜ ਤੁਹਾਨੂੰ ਦਿੰਦਾ ਪਰਮੇਸ਼ਵਰ ਬੀਜਣ ਦੇ ਵਾਸਤੇ। ਨਿਊ ਤੁਹਾਨੂੰ ਬਰਕਤ ਦਿੰਦਾ ਆ ਪਰਮੇਸ਼ਵਰ। ਤੁਸੀਂ ਪਰਮੇਸ਼ਵਰ ਦੇ ਲਈ ਕਰੋ, ਪਰਮੇਸ਼ਵਰ ਦੇ ਲਈ ਆਪਣਾ ਕਦਮ ਵਧਾਓ। ਕੁਝ ਨਵੀਂ ਥਾਟ, ਨਵਾਂ ਸੋਚ ਤੁਹਾਡੀ ਲਾਈਫ ਦੇ ਵਿੱਚ ਲੈ ਕੇ ਆਉਂਦਾ ਆ। ਹਾਲੇਲੂਇਆ। ਜੇ ਤੂੰ ਮੇਰੀ ਬੇਟੀ ਵਿਸ਼ਵਾਸ ਕਰਦੀ ਆ ਖੁਦਾ ਦੇ ਵਚਨ ਤੇ, ਖੁਦਾ ਦੇ ਉੱਤੇ ਤੂੰ ਟਰਸਟ ਕਰਦਾ ਆ, ਤਾਂ ਅੱਜ ਇੱਕ ਨਵਾਂ ਜਨਮ ਪਰਮੇਸ਼ਵਰ ਦੇ ਕੋਲ ਹੱਥਾਂ ਨੂੰ ਉਠਾ ਕੇ ਮੰਗ ਕਿ ਮੈਨੂੰ ਅੱਜ ਨਵੇਂ ਜਨਮ ਦੀ ਲੋੜ ਆ, ਮੈਨੂੰ ਅੱਜ ਨਵਾਂ ਕੁਝ ਹੋਣ ਦੀ ਲੋੜ ਆ। ਔਰ ਮੈਂ ਦੇਖਦਾ ਆ ਕਈ ਲੋਕ ਮਸੀਹ ਦੇ ਵਿੱਚ ਬਹੁਤ ਸਾਰੇ ਸਾਲ ਚੱਲ ਕੇ ਵੀ ਜਦੋਂ ਉਹਨਾਂ ਦੀ ਲਾਈਫ 'ਚ ਦੇਖਦੇ ਆ, ਪੁਰਾਣੀਆਂ ਹੀ ਚੀਜ਼ਾਂ, ਪੁਰਾਣੀਆਂ ਹੀ ਗਾਲਾਂ, ਪੁਰਾਣੇ ਹੀ ਬੰਧਨ, ਪੁਰਾਣੇ ਹੀ ਕੱਪੜੇ, ਪੁਰਾਣਾ ਹੀ ਬੋਲਣਾ, ਪੁਰਾਣੇ ਹੀ ਨਸ਼ੇ, ਪੁਰਾਣੀਆਂ ਬਿਮਾਰੀਆਂ, ਪੁਰਾਣਾ ਹੀ ਘਰ, ਪੁਰਾਣੀਆਂ ਸੋਚਾਂ, ਪੁਰਾਣਾ ਹੀ ਦਿਲ, ਪੁਰਾਣਾ ਹੀ ਸਭ ਕੁਝ ਰਹਿੰਦਾ ਉਹਨਾਂ ਦਾ। ਕੁਝ ਚੇਂਜ ਹੀ ਨਹੀਂ ਹੋਇਆ। ਫਿਰ ਕਹਿੰਦਾ ਮੈਂ ਤਾਂ ਮਸੀਹ ਦੇ ਵਿੱਚ ਆ। ਜੇ ਤੂੰ ਮਸੀਹ ਦੇ ਵਿੱਚ ਆ, ਤੂੰ ਨਵੀਂ ਸ੍ਰਿਸ਼ਟੀ ਆ। ਆਮੈਨ। ਜੇ ਤੂੰ ਮਸੀਹ ਦੇ ਵਿੱਚ ਆ ਤਾਂ ਤੂੰ ਨਵਾਂ ਆ, ਤੂੰ ਨਵਾਂ ਬਣ। ਤੇਰੇ ਅੰਦਰ ਨਵਾਂ ਸੁਭਾਅ ਆਏ, ਨਵੀਂ ਪਾਵਰ ਆਏ, ਨਵੀਂ ਪਰਮੇਸ਼ਵਰ ਦੀ ਸਮਰਥ ਤੇਰੇ ਉੱਤੇ ਉਤਰੇ, ਨਵਾਂ ਅਭਿਸ਼ੇਕ, ਨਵਾਂ ਇੱਕ ਕਹਿ ਸਕਦੇ ਆ ਪ੍ਰਤੀਬਿੰਬ ਤੇਰੇ ਵੱਲ ਆਏ। ਕੁਝ ਨਵਾਂ ਚੇਂਜ ਕਰ। ਜੇ ਤੂੰ ਪਹਿਲਾਂ ਛੋਟੀਆਂ ਗੱਲਾਂ ਤੋਂ ਨਿਰਾਸ਼ ਹੁੰਦਾ, ਨਿਰਾਸ਼ ਹੋਣਾ ਛੱਡ ਦੇ। ਤੂੰ ਸ਼ੈਤਾਨ ਦੇ ਬਹਿਕਾਵੇ ਚਾਹੁੰਦਾ ਸੀ ਤਾਂ ਹੁਣ ਛੱਡ ਦੇ। ਡਿਲੀਟ ਕਰ ਆਪਣੇ ਮਨ ਦੇ ਵਿੱਚੋਂ ਇਹ ਸਾਰੇ ਬੁਰੇ ਖਿਆਲਾਂ ਨੂੰ। ਯਿਸੂ ਮਸੀਹ ਦੇ ਨਾਮ ਦੇ ਵਿੱਚ ਕੈਂਸਲ ਕਰ ਤੇ ਅੱਜ ਨਵਾਂ ਕਦਮ ਵਧਾ ਪਰਮੇਸ਼ਵਰ ਦੇ ਵੱਲ ਨੂੰ, ਕਿਉਂਕਿ ਪ੍ਰਭੂ ਤੇਰੀ ਲਾਈਫ ਨੂੰ ਨਵਾਂ ਕਰਨ ਜਾ ਰਿਹਾ ਹੈ। ਹਾਲੇਲੂਇਆ। 1 ਜੌਨ ਉਹਦਾ ਚੈਪਟਰ 3 ਜਦੋਂ ਅਸੀਂ ਬਾਈਬਲ ਦੇ ਵਿੱਚੋਂ ਪੜ੍ਹਦੇ ਹਾਂ, ਬੜੇ ਧਿਆਨ ਨਾਲ ਸੁਣਨਾ। ਬਹੁਤ ਹੀ ਖਾਸ ਬਚਨ ਹੈ ਵੀ ਤੁਹਾਡੇ ਵਾਸਤੇ, ਬਹੁਤ ਹੀ ਅਦਭੁਤ ਬਚਨ ਹੈ। ਜਦੋਂ ਅਸੀਂ ਇਹਦੀ 8 ਔਰ 9 ਆਇਤ ਪੜ੍ਹਦੇ ਹਾਂ, ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂ ਜੋ ਸ਼ੈਤਾਨ ਮੁੰਡੋਂ ਪਾਪ ਕਰਦਾ ਆਇਆ ਹੈ। ਪਰਮੇਸ਼ਵਰ ਦਾ ਪੁੱਤਰ ਇਸ ਲਈ ਪ੍ਰਗਟ ਹੋਇਆ ਭਈ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ। ਯਿਸੂ ਮਸੀਹ ਕਿਉਂ ਆਏ? ਯਿਸੂ ਮਸੀਹ ਕਿਉਂ ਤੁਹਾਨੂੰ ਨਵਾਂ ਜਨਮ ਦੇਣਾ ਚਾਹੁੰਦੇ ਹੋ? ਹਾਲੇਲੂਇਆ। ਪਰਮੇਸ਼ਵਰ ਕਿਉਂ ਤੁਹਾਨੂੰ ਨਵਾਂ ਬਣਾਉਣਾ ਚਾਹੁੰਦੇ ਹੋ? ਕਿਉਂਕਿ ਤੁਸੀਂ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰ ਸਕੋ। ਮੇਰੇ ਨਾਲ ਕਿੰਨੇ ਲੋਕ ਤਿਆਰ ਆ ਜਿਹੜੇ ਅੱਜ ਮੈਂ ਚਾਹੁੰਦਾ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰਨ ਦੇ ਲਈ ਤੁਸੀਂ ਰੈਡੀ ਹੋ। ਹਾਲੇਲੂਇਆ। ਦੁਸ਼ਟ ਦੇ ਕੰਮਾਂ ਨੂੰ ਨਸ਼ਟ ਕਰਨ ਦੇ ਲਈ, ਆਪਣੇ ਗੁਆਂਢੀਆਂ ਨੂੰ ਨਹੀਂ, ਆਪਣੇ ਰਿਸ਼ਤੇਦਾਰਾਂ ਨੂੰ ਨਹੀਂ, ਇਨਸਾਨ ਨੂੰ ਨਹੀਂ, ਬਲਕਿ ਸ਼ੈਤਾਨ ਨੂੰ ਨਸ਼ਟ ਕਰਨ ਦੇ ਲਈ, ਉਹਦੀਆਂ ਪ੍ਰਤੀਕਿਰਿਆਵਾਂ ਨੂੰ, ਉਹਦੇ ਕਰਮਾਂ ਨੂੰ, ਉਹਦੇ ਫਲਾਂ ਨੂੰ, ਉਹਨੂੰ ਨਸ਼ਟ ਕਰਨ ਦੇ ਲਈ, ਉਹਦੀਆਂ ਬਿਮਾਰੀਆਂ ਨੂੰ ਨਸ਼ਟ ਕਰਨ ਦੇ ਲਈ। ਉਹ ਕਿਸੇ ਨੂੰ ਨਾਸ਼ ਨਾ ਕਰ ਸਕੇ, ਜਵਾਨਾਂ ਨੂੰ ਬਹਿਕਾ ਨਾ ਸਕੇ, ਉਹਨੂੰ ਨਸ਼ਟ ਕਰਨ ਦੇ ਲਈ। ਕੀ ਤੁਸੀਂ ਤਿਆਰ ਹੋ? ਯੈਸ। ਹਾਲੇਲੂਇਆ। ਪ੍ਰੇਜ਼ ਦਾ ਲਾਰਡ। ਖੁਦਾਵੰਦ ਖੁਦਾ ਚਾਹੁੰਦਾ ਕਿ ਤੁਸੀਂ ਰੈਡੀ ਹੋਵੋ ਕਿ ਮੈਂ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰਾਂਗਾ, ਮੈਂ ਨਸ਼ੇ ਨੂੰ ਨਸ਼ਟ ਕਰਾਂਗਾ, ਮੈਂ ਹਰ ਇੱਕੋ ਮਹਾਮਾਰੀ ਨੂੰ ਨਸ਼ਟ ਕਰਾਂਗਾ, ਮੈਂ ਸ਼ੈਤਾਨ ਦੇ ਜਾਲ ਨੂੰ ਮੈਂ ਤੋੜਾਂਗੀ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਪਰਮੇਸ਼ਵਰ ਚਾਹੁੰਦਾ ਆ ਯਿਸੂ ਮਸੀਹ ਇਸ ਲਈ ਪ੍ਰਗਟ ਹੋਏ ਕਿ ਉਹ ਪਾਪ ਨੂੰ ਨਸ਼ਟ ਕਰਨ। ਹੁਣ ਜੇ ਤੁਸੀਂ ਨਵਾਂ ਜਨਮ ਪ੍ਰਾਪਤ ਕਰੋਗੇ
ਤਾਂ ਤੁਹਾਨੂੰ ਪਰਮੇਸ਼ਵਰ ਕਿਉਂ ਨਵਾਂ ਜਨਮ ਦੇਗਾ ਕਿ ਤੁਸੀਂ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੋ। ਮੈਂ ਵੀ ਕਰਨ ਜਾ ਰਿਹਾ, ਤੁਸੀਂ ਵੀ ਕਰਨ ਜਾ ਰਹੇ ਹੋ। ਜਦੋਂ ਤੁਸੀਂ ਤੇ ਮੈਂ ਮਿਲ ਜਾਵਾਂਗੇ, खुदा दी सामत डबल करके शैतान दे मोहरे आएगी, शैतान नाश होएगा यीशु मसीह दे नाम च। ओदे काम नाश होणगे, ओदा बहकाना नाश होएगा यीशु मसीह दे नाम दे विच। हालेलुया, प्रेज द लॉर्ड, थैंक यू जीसस। जल्दी रेडी होवो। इत्थे लिखिया 9 आयत बड़ी खास आयत आ। इत्थे लिखिया जो असीं बाइबल दे विचों 9 आयत पढ़दे हैं, जिहड़ा पाप करदा है वो शैतान तो है। 9 आयत दे विच लिखिया हर कोई जिहड़ा परमेश्वर तो जन्मिया है पाप नहीं करदा, क्यों जो ओदा भी उस विच रहिंदा है अते वो पाप नहीं करदा कर सकदा, इसलिए जो वो परमेश्वर तो जन्मिया है। हालेलुया। इत्थे 9 आयत दे विच स्पष्ट लिखिया होया है, बड़े ध्यान नाल सुनना। हर कोई जिहड़ा परमेश्वर तो जम्मिया है पाप नहीं करदा। आमीन, हालेलुया। असी पाप कर ही नहीं सकते, असी कोई गलत कदम पट्टे नहीं सकते। जिहड़े जवान आ, जो सोच रहे आ मैं अपनी मर्जी ना मैरिज करवावांगा, कर नहीं सकता, क्योंकि उन्होंने परमेश्वर का वचन इजाजत नहीं दिंदा। जे कोई जवान सुसाइड करने के लिए सोच रहा, उन्होंने वचन इजाजत नहीं दिंदा। जे कोई बजुर्ग ये गल्लां सोच रहा, वचन उन्होंने इजाजत नहीं दिंदा। क्यों? जे कोई सोच रहा मैं घरों दौड़ जावांगी, दौड़ जावांगा, उन्होंने वचन इजाजत नहीं दिंदा। बाइबल की यह सिक्ख्या है ही नहीं। और परमेश्वर का वचन सानू दसदा, परमेश्वर तो जिहड़े जन्मे आ वो पाप करते ही नहीं, वो चर्च नूं छड्डदे नहीं, वो आराधना नूं छड्डदे नहीं, वो वचन नूं फड़ी रखदे आ। वो हर रोज परमेश्वर तो नवा मसा लैंदे आ। रबा शांदा नामा थानी शोदो लोबो थी कर रबा। वो अपने अगुए नूं छड्डदे नहीं, वो अपने सुभाਅ नूं अच्छा बनाउण तो रुकदे नहीं। बाइबल दे विच लिखिया 9 आयत दे विच लिखिया हर कोई जिहड़ा परमेश्वर तो जन्मिया पाप नहीं करदा, क्यों जो ओदा भी उस विच रहिंदा है अते वो पाप नहीं कर सकता, क्योंकि परमेश्वर दा बीज, परमेश्वर दा वचन ओदे अंदर रहंदा। मेरी बेटी, तेरे अंदर परमेश्वर दा वचन है तां तू पाप नहीं करेंगी। हालेलुया। तेरे संबंध परमेश्वर दे नाल गहरे होणगे। जिवें यूसुफ परमेश्वर दी नाल चलदा सी और बुराई तो भजदा, तू बुराई तो भजेगा, परमेश्वर दे वल जाएगा, जित प्राप्त करेगा। यूसुफ नूं परमेश्वर ने राजा बनाया, क्यों? वो जवान सी, सोना सुनखा सगा। बाइबल दे विच लिखिया वो पाप तो उन्हें नफरत की, जित प्राप्त की तो उन्होंने राजा परमेश्वर ने बनाता। आज तुसीं राजा बन सकते हो परमेश्वर की सामर्थ दे विच, तुसीं अभिषेक पा सकते हो परमेश्वर की सामर्थ दे विच। इस तो पहला कि मैं तुहाडे वास्ते प्रेयर करा, तुहानूं प्रेयर दे विच लैके जावां, तुहाडीआं चंगियाईयां, तुहाडीआं बीमारियां दे लई, तुहाडीआं आशीषां दे लई, तुहाडे छुटकारे दे लई तुसीं अज नवां जन्म अपने दिलों तो पाओ, अपने परमेश्वर तो पाओ। रेडी होवो परमेश्वर दे जिंदा नाम दे विच। रिबा शांदा नामा थानी। हालेलुया। इत्थे लिखिया आ, जदों 10 आयत पढ़दे हैं, इस तो परमेश्वर दे बालक अते शैतान दे बालक प्रगट हुंदे हन। हर कोई जिहड़ा धर्म नहीं करदा परमेश्वर तो नहीं, अते ना वो जिहड़ा अपने भरा नाल प्रेम नहीं करदा। आमीन, हालेलुया। किवें परमेश्वर सानूं एक एक वचन सिखांदा आ, किवें एक एक सानूं वचन की स्टडी दिंदा आ कि तुसीं वफादार रहो, तुसीं परमेश्वर नाल मुहब्बत करो। तुसीं इस तो पता लगदा कि तुसीं परमेश्वर दे लोक हो जां शैतान दे लोक हो। जजिस कर रहे हैं, जे पुराना जीवन साडे नाल आ तां असीं हले भी शैतान दे कोले हां। जे असीं नवां जन्म प्राप्त कर चुके हो, नवां सुभाਅ, ते तुसीं परमेश्वर दे। हालेलुया। मैं शुक्रवार नाइट दस रहा सीगा, परमेश्वर ने साडे अगे जिंदगी ते मौत रख दी आ। चोण करो, परमेश्वर दा जिहड़ा बीज आ वो साडे अंदर रहना चाहिए आ। हालेलुया। इस करके तुसीं कदम वधाओगे। आमीन। आओ मैं तुहाडे वास्ते हुण प्रेयर दा टाइम हो चुका, मैं तुहाडे वास्ते प्रेयर करां। तुसीं प्रेयर दी अज सामर्थ नूं देखो, प्रभु दे अभिषेक नूं अपनी लाइफ दे विच पाओ और तुहाडी लाइफ दे विच चेंज आए, बदलाव आए, नौकरियां खुल्लन, तुहाडे पासपोर्ट ब्लस होण यीशु मसीह दे नाम दे विच। हर एक दर्द तुहाडे शरीरां चों जाए, तुसीं सफलता दे वल कदम वधाओ। खुदा दा आत्मा तुहानूं अपनी सामर्थ दे नाल खिच पावे अपने वल। शैतानी बंधन टुटण, बुरे सुपनिਆਂ ਤੋਂ आज़ाद होवो,
ਤੁਹਾਡੇ ਉੱਤੇ ਈਵਲ ਸਪਿਰਿਟ ਦੀ ਸਮਰਥ ਖਤਮ ਹੋਵੇ ਔਰ ਪਰਮੇਸ਼ਵਰ ਦੇ ਪਵਿੱਤਰ ਆਤਮਾ ਦਾ ਅਭਿਸ਼ੇਕ ਤੁਹਾਨੂੰ ਟੱਚ ਕਰੇ। ਤੁਸੀਂ ਹਰ ਇੱਕ ਪਾਪ ਦੀ ਬਦਲੂ ਤੋਂ ਬਾਹਰ ਆਓ। ਤੁਹਾਡੀ ਪਤਨੀ, ਤੁਹਾਡੇ ਬੱਚੇ, ਤੁਹਾਡਾ ਪਤੀ, ਤੁਹਾਡੇ ਮਾਪੇ, ਤੁਹਾਡਾ ਹਰ ਇੱਕੋ ਜਿਹੜਾ ਤੁਹਾਡੇ ਟੱਚ ਵਿੱਚ ਆਜ਼ਾਦ ਹੋਵੇ। ਹਰੇਕ ਬਿਮਾਰੀ, ਅਧਰੰਗ ਦੀਆਂ ਆਤਮਾਵਾਂ ਜਾਣ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਅਧਰੰਗੀ ਲੋਕ ਠੀਕ ਹੋਣ, ਅੰਨੇ ਦੇਖਣ, ਗੁੰਗੇ ਬੋਲਣ, ਲੰਗੜੇ ਚੱਲਣ ਯੀਸ਼ੂ ਮਸੀਹ ਦੇ ਨਾਮ ਵਿੱਚ। ਲੰਗੜੇ ਚੱਲਣ ਸ਼ੁਰੂ ਹੋਣ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਹਰ ਬਹਿਕਾਣੇ ਵਾਲੀਆਂ ਆਤਮਾਵਾਂ ਜਾਣ, ਭਰਮਾਣੇ ਵਾਲੀਆਂ ਆਤਮਾ ਜਾਣ ਯੀਸ਼ੂ ਮਸੀਹ ਦੇ ਨਾਮ ਵਿੱਚ। ਰਾਈਟ ਨਾਓ ਆਈ ਕਮਾਂਡ ਇਨ ਦ ਨੇਮ ਆਫ ਜੀਸਸ ਕ੍ਰਾਈਸਟ। ਮੈਂ ਕਮਾਂਡ ਕਰਦਾ ਹਾਂ ਮੇਰੀ ਸਿਸਟਰ, ਮੇਰੇ ਬ੍ਰਦਰਸ, ਮੇਰੇ ਬੱਚੇ, ਹਰ ਇੱਕ ਤੁਹਾਡੇ ਸਰੀਰ ਦੇ ਵਿੱਚ ਜੋ ਜ਼ਖਮ ਹੈ ਉਹ ਠੀਕ ਹੋਵੇ। ਹਰੇਕ ਮਹਾਮਾਰੀ ਤੋਂ ਤੁਸੀਂ ਬਚ ਸਕੋ। ਹਾਲੇਲੂਇਆ। ਤੁਹਾਡੇ ਬੱਚੇ ਹੀਲ ਹੋਣ। ਹੀਲ ਇਨ ਦ ਨੇਮ ਆਫ ਜੀਸਸ ਕ੍ਰਾਈਸਟ। ਯੀਸ਼ੂ ਦੇ ਨਾਮ ਦੀ ਮਹਿਮਾ ਤੁਹਾਡੀ ਲਾਈਫ ਦੇ ਵਿੱਚ ਹੋਵੇ। ਟੈਸਟਮਨੀਆਂ ਬਣ, ਗਵਾਹੀਆਂ ਬਣ, ਕੇਸਾਂ ਤੁਹਾਡੇ ਡਿਸਮਿਸ ਹੋਣ ਕੇਸ। ਤੁਸੀਂ ਆਜ਼ਾਦ ਹੋਵੋ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ। ਬੰਧਨ ਟੁੱਟਣ ਤੁਹਾਡੇ। ਹਾਲੇਲੂਇਆ। ਪਵਿੱਤਰ ਆਤਮਾ ਦਾ ਦਬਦਬਾ ਤੇ ਕੰਟਰੋਲ ਹੋਵੇ ਤੁਹਾਡੀ ਜ਼ਿੰਦਗੀ 'ਚ। ਹਾਲੇਲੂਇਆ। ਤੁਹਾਡੀ ਜ਼ਿੰਦਗੀ ਚੇਂਜ ਆਏ। ਉਹ ਰੱਬਾ ਸ਼ੰਦਾ ਨਮਾ ਸ਼ੈਤਾਨੀ ਬੰਧਨ ਮੈਂ ਤੋੜਦਾ ਹਾਂ। ਬ੍ਰੋਕਨ ਇਨ ਦ ਨੇਮ ਆਫ ਜੀਸਸ ਕ੍ਰਾਈਸਟ। ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੈਂ ਅੱਜ ਤੁਹਾਡੇ ਵਾਸਤੇ ਪ੍ਰਾਰਥਨਾ ਕਰਦਾ ਹਾਂ। ਯੀਸ਼ੂ ਦਾ ਅਭਿਸ਼ੇਕ ਤੁਹਾਨੂੰ ਛੂਏ। ਜਵਾਨ ਜੋ ਬੱਚੇ ਆ ਉਹਨਾਂ ਨੂੰ ਬੁੱਧੀ ਮਿਲੇ, ਗਿਆਨ ਮਿਲੇ। ਰਿਬਾ ਸ਼ੰਦਾ ਨਮਾ ਥੋਰੋ ਸ਼ਿਤੋ ਰੋਬੋ ਤੀਕਾ ਰਬਾ ਤੀਕਾ ਲੰਬੋਸ਼ੋ ਦੋਰੋਬੋ। ਤੁਹਾਡੀ ਲਾਈਫ ਦੇ ਵਿੱਚ ਬਦਲਾਅ ਆਏ। ਪਾਪ ਤੋਂ ਤੁਸੀਂ ਘਿਣਾ ਕਰੋ, ਪਵਿੱਤਰਤਾਈ ਦੇ ਵਿੱਚ ਆਓ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਅੱਜ ਹਰੇਕ ਉਹ ਜੀਵਨ ਬਲੈਸ ਹੋਵੇ ਜਿਨ੍ਹਾਂ ਦੀਆਂ ਹੱਡੀਆਂ ਵਿੱਚ ਦਰਦ ਆ, ਹੱਡੀਆਂ ਹੀਲ ਹੋਣ। ਗਿਲਟੀਆਂ ਰਸੌਲੀਆਂ ਬਾਹਰ ਆਣ, ਪੱਥਰੀਆਂ ਬਾਹਰ ਆਣ ਯੀਸ਼ੂ ਮਸੀਹ ਦੇ ਨਾਮ ਵਿੱਚ। ਬ੍ਰੋਕਨ ਇਨ ਦ ਨੇਮ ਆਫ ਜੀਸਸ ਕ੍ਰਾਈਸਟ। ਓ ਰੱਬਾ ਸ਼ੰਦਾ ਨਮਾ ਠੀਕਾ। ਜਿਨ੍ਹਾਂ ਦੇ ਹੱਥਾਂ ਪੈਰਾਂ ਵਿੱਚ ਸੋਜਰਿਆਂ ਯੀਸ਼ੂ ਦੇ ਨਾਮ ਵਿੱਚ ਹੀਲ ਹੋਵੋ। ਹਰ ਇੱਕ ਸੋਜਾ ਖਤਮ ਹੋਵੇ ਯੀਸ਼ੂ ਮਸੀਹ ਦੇ ਨਾਮ ਵਿੱਚ। ਹਰ ਇੱਕ ਗਿਲਟੀ ਯੀਸ਼ੂ ਮਸੀਹ ਦੇ ਨਾਮ ਵਿੱਚ ਮੈਂ ਤੈਨੂੰ ਬਾਹਰ ਕੱਢਦਾ ਹਾਂ। ਹਾਲੇਲੂਇਆ। ਹੀਲ ਨੇਮ ਆਫ ਜੀਸਸ। ਹਰੇਕ ਅਗਰ ਕੋਈ ਬਿਮਾਰ, ਲੱਛਾਰ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਵਿੱਚ ਇਸ ਸਮੇਂ ਹੈ, ਮੈਂ ਪਰਮੇਸ਼ਵਰ ਦਾ ਦਾਸ ਅੱਜ ਉਹਦੇ ਹੱਥ ਵਧਾਣਾ। ਪ੍ਰਭੂ ਦਾ ਆਤਮਾ ਨੂੰ ਟੱਚ ਕਰੇ ਤੇ ਚੰਗਾ ਹੋ ਜਾਏ ਯੀਸ਼ੂ ਮਸੀਹ ਦੇ ਨਾਮ ਵਿੱਚ। ਕਲੀਅਰ ਬੋਲਣਾ ਸ਼ੁਰੂ ਕਰ ਦਿਓ। ਤਤਲਾਪਨ ਯੀਸ਼ੂ ਮਸੀਹ ਦੇ ਨਾਮ ਵਿੱਚ ਜਾਏ। ਤੁਹਾਡੀ ਜੀਭ ਕਲੀਅਰ ਹੋ ਜਾਏ, ਤੁਹਾਡੀ ਟੰਗ ਕਲੀਅਰ ਹੋ ਜਾਏ, ਤੁਹਾਡਾ ਤਤਲਾਪਨ ਜਾਏ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਮੈਂਟਲੀ, ਸਪਿਰਿਚੁਅਲੀ ਔਰ ਫਿਜ਼ੀਕਲੀ ਪ੍ਰੋਬਲਮ ਜਾਏ ਛੱਡ ਕੇ ਤੁਹਾਨੂੰ। ਟੁੱਟੇ ਰਿਸ਼ਤੇ ਜੁੜਨ, ਘਰ ਦੇ ਵਿੱਚੋਂ ਕਲੇਸ਼ ਖਤਮ ਹੋਵੇ। ਹਰ ਮਹਾਮਾਰੀ ਜਾਏ ਯੀਸ਼ੂ ਮਸੀਹ ਦੇ ਨਾਮ ਵਿੱਚ। ਨਵੀਆਂ ਜੋਬਾਂ ਲੱਗਣ, ਨਵੇਂ ਖੰਭ ਬਣ ਯੀਸ਼ੂ ਨਾਮ ਦੇ ਵਿੱਚ। ਹਾਲੇਲੂਇਆ। ਨਵੇਂ ਰਸਤੇ ਖੁੱਲਣ ਯੀਸ਼ੂ ਮਸੀਹ ਦੇ ਨਾਮ ਵਿੱਚ। ਨਵਾਂ ਜਨਮ ਤੁਹਾਡਾ ਮਿਲੇ ਤੁਹਾਨੂੰ। ਨਿਊ ਬੋਰਨ ਤੁਹਾਡੀ ਲਾਈਫ ਦੇ ਵਿੱਚ ਐਂਟਰ ਕਰੇ। ਪਰਮੇਸ਼ਵਰ ਦੇ ਰਾਜ ਦੇ ਵਿੱਚ ਤੁਸੀਂ ਜਾ ਸਕੋ। ਪਰਮੇਸ਼ਵਰ ਦੇ ਰਾਜ ਦੇ ਬੂਹੇ ਤੁਹਾਡੇ ਲਈ ਖੁੱਲਣ। ਪਰਮੇਸ਼ਵਰ ਦੇ ਸਵਰਗ ਦੇ ਬੂਹੇ ਤੁਹਾਡੇ ਲਈ ਖੁੱਲਣ। ਪਰਮੇਸ਼ਵਰ ਦੇ ਰਾਜ ਨੂੰ ਤੁਸੀਂ ਦੇਖ ਸਕੋ, ਜਾ ਸਕੋ, ਅਧਿਕਾਰ ਰਹਿ ਸਕੇ ਤੁਹਾਡਾ ਪਰਮੇਸ਼ਵਰ ਦੇ ਰਾਜ ਦੇ ਵਿੱਚ। ਹਾਲੇਲੂਇਆ। ਪ੍ਰੇਜ਼ ਦਾ ਲਾਰਡ। ਖੁਦਾ ਦੀ ਹਜ਼ੂਰੀ ਤੁਹਾਡੇ ਨਾਲ ਵਧੇ। ਹਾਲੇਲੂਇਆ। ਜਿਵੇਂ ਤੁਸੀਂ ਖੁਦਾ ਦੇ ਵੱਲ ਕਦਮ ਵਧਾ ਰਹੇ ਹੋ, ਪਰਮੇਸ਼ਵਰ ਤੁਹਾਡੇ ਵੱਲ ਕਦਮ ਵਧਾਏ। ਅੱਜ ਹਰ ਇੱਕ ਮੈਂ ਭੇਂਟ ਦੇ ਲਈ, ਆਫਰਿੰਗ ਦੇ ਲਈ, ਦਸ਼ਵੰਸ਼ਾਂ ਦੇ ਲਈ, ਭੇਂਟ ਦੇ ਲਈ ਜੋ ਤੁਸੀਂ ਪਰਮੇਸ਼ਵਰ ਦੇ ਲਈ ਕੱਢਦੇ ਹੋ ਆਪਣੀ ਕਮਾਈਆਂ ਦੇ ਵਿੱਚੋਂ, ਮੈਂ ਉਸ ਦੇ ਲਈ ਪ੍ਰਾਰਥਨਾ ਕਰਦਾ ਹਾਂ। ਤੁਹਾਡੀ ਕਮਾਈ, ਤੁਹਾਡਾ ਪੈਸਾ ਬਲੈਸ ਹੋਵੇ। ਪੈਸੇ ਦੇ ਸਾਰੇ ਸਰਾਪ ਟੁੱਟਣ, ਦੁੱਗਣਾ ਕਰਕੇ ਪਰਮੇਸ਼ਵਰ ਤੁਹਾਨੂੰ ਲੁਟਾਏ। ਔਰ ਮੈਂ ਪ੍ਰਾਰਥਨਾ ਕਰਦਾ ਜਿਹੜੇ ਗਰੀਬ ਆ, ਗਰੀਬੀ ਦੇ ਸਰਾਪ ਟੁੱਟਣ ਪਰਮੇਸ਼ਵਰ ਦੇ ਨਾਮ ਦੇ ਵਿੱਚ। ਮੈਂ ਪ੍ਰਾਰਥਨਾ ਕਰਨਾ ਜੋ ਤੁਸੀਂ ਬੀਜਣ ਜਾ ਰਹੇ ਹੋ, ਹਜ਼ਾਰਾਂ ਗੁਣਾ ਪਰਮੇਸ਼ਵਰ ਤੁਹਾਨੂੰ ਲੁਟਾਏ। ਮੈਂ ਤੁਹਾਡੇ ਬੀਜ ਦੇ ਲਈ ਪ੍ਰਾਰਥਨਾ ਕਰਦਾ, ਤੁਹਾਨੂੰ ਬੀਜ ਪਰਮੇਸ਼ਵਰ ਬਹੁਤਾਈ ਤਨਿਆ ਦਏ। ਹਾਲੇਲੂਇਆ। ਤੁਸੀਂ ਜਿੱਤ ਪ੍ਰਾਪਤ ਕਰੋ, ਤੁਸੀਂ ਕਾਮਯਾਬ ਹੋਵੋ ਜੋ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਖੁਦਾਵੰਦ ਖੁਦਾ ਤੇਰਾ ਧੰਨਵਾਦ ਕਰਦੇ ਹਾਂ। ਓ ਰੱਬਾ ਸ਼ੰਦਾ। ਹਰ ਇੱਕ ਮੈਂ ਬਿਮਾਰ ਲਈ ਪ੍ਰਾਰਥਨਾ ਕਰਦਾ। ਹਰ ਇੱਕ ਦੇਸ਼, ਹਰ ਇੱਕ ਕੰਟਰੀ ਦੇ ਲਈ ਮੈਂ ਪ੍ਰਾਰਥਨਾ ਕਰਦਾ ਯੀਸ਼ੂ ਮਸੀਹ ਦੇ ਨਾਮ ਵਿੱਚ। ਹਰ ਇੱਕ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਪ੍ਰਸ਼ਾਸਨ ਔਰ ਖੁਦਾਵੰਦ ਖੁਦਾ ਡਾਕਟਰਾਂ ਦੇ ਲਈ, ਹਸਪੀਟਲਾਂ ਦੇ ਲਈ, ਬਿਮਾਰਾਂ ਦੇ ਲਈ ਮੈਂ ਪ੍ਰਾਰਥਨਾ ਕਰਦਾ ਯੀਸ਼ੂ ਮਸੀਹ ਦੇ ਨਾਮ ਵਿੱਚ। ਚੰਗੇ ਹੋ ਜਾਓ। ਬੁੱਧੀ ਦੇ, ਗਿਆਨ ਦੇ ਪਰਮੇਸ਼ਵਰ ਮੈਂ ਪ੍ਰੇਅਰ ਕਰਦਾ ਜਿਹੜੇ ਕਰੋਨਾ ਪੀੜਿਤ ਆ ਜ਼ਿੰਦਗੀ ਦੇ ਵਿੱਚ, ਪ੍ਰਭੂ ਪਰਮੇਸ਼ਵਰ ਤੈਨੂੰ ਜਾਣਨ ਤੇ ਬਿਮਾਰੀ ਖਤਮ ਹੋਵੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਅਸੀਂ ਪ੍ਰਾਰਥਨਾ ਕਰਦੇ ਹਾਂ
खुदा तेरे भवन खुलन, हज़ारां दी तगात नाल लोग बचाए जाण यीशु मसीह दे नाम विच। शुक्र करदे हां अज दी प्रार्थना सुन लई, यीशु मसीह दा नाम लैके मंगदे हां। आमीन 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 हालेलुया। और एक बार फिर परमेश्वर की तारीफ करदा मैं परमेश्वर का दास होने के नाते शिफा चर्च मिनिस्ट्री वालों। और जल्दी थोड़ा मैसेज आएगा, असी चर्च दे विच आराधना जो करनी आ, जिन्हें टाइम लिया सगा उस टाइम आके मिल सकते आ, प्रार्थना करवा सकते आ। और जल्दी थोनों इंटरनेट ते व्हाट्सएप ते और फेसबुक ते थोनों मैसेज आएगा, पोस्टर आएगा। उस दिन शिफा चर्च मिनिस्ट्री खुलेगी काठगढ़ दे विच। उस दिन तुसी परमेश्वर के भवन दे विच आके अपन प्रार्थनावां करवा सकते हो, कर सकते हो, खुदा की तारीफ कर सकते हो। परमेश्वर तुहानूं लव करदा, प्यार करदा, इसलिए परमेश्वर चाहता तुसी मेरे वांग चलो, जिवें मेरा सुभाਅ आ तुहाडे अंदर होना चाहिए। नवा जन्म प्राप्त करो, नवीआं सोचां तुहाडे अंदर होणियां चाहीदियां आ। हालेलुया। और जल्दी खुदावंद खुदा तुहानूं नवीं जॉब देगा, नवीं आशीष तुसी प्रभु दे कोलों प्राप्त करोगे। और मैं आत्मा दे विच सारियां गल्लां अज देख रहा, फील कर रहा। और खुदावंद खुदा तुहानूं बड़ी आशीष दे, अगे वधाए। अपने बीज नूं, अपने भेंट नूं भी खुदा दे अगे बीजो ईमानदारी दे नाल, ताकि शिफा चर्च मिनिस्ट्री दे विच लगाई जा सके। खुदा दे काम बहुतायत दे नाल वधाए जा सकन और परमेश्वर तुहानूं कामयाब कर सके। हालेलुया। और विच तुहानूं जरूर मैसेज मिल जाएगा जो असी शिफा चर्च खोलन जा रहे हैं। और खुदावंद खुदा तुहानूं एक नवीं गुड न्यूज़ दे नाल ब्लैस करेगा लास्ट शब्दां दे विच। और परमेश्वर आशीष दे अज दे वचन दे द्वारा। और एक जरूर गल मैं तुहानूं शेयर करनी चाहुंदा आ, नवा जन्म जिहड़ा आ वो सानूं साडियां करनियां करके नहीं मिलता, साडे समर्पण करके मिलता। जो तुसीं समर्पण करदे हो परमेश्वर के चरणों विच, जिवें यूसुफ ने समर्पण किया सी, तुसीं भी अज समर्पण करो। मेरी बेटी, मेरे बेटे, एक गल जरूर, जिहड़े जवान आ अपने माँ प्यो की इज्जत करो, अपने माँ प्यो का आखा मनो। जिहड़े जवान मेरे बेटे बेटी आ, मसीह दे विच मचोड़ बनो, पाप दे वल अपना कदम ना वधाओ, क्योंकि पाप जिहड़ा आ जो असीं कर लैंदे आ, पछताण तो इलावा कुछ नहीं साडे पल्ले रहिंदा। मसीह का नाम बदनाम होएगा, तुहाडी फैमिली का नाम बदनाम होएगा। इस करके अपने आप नूं कंट्रोल विच रखो, अपने शरीर दीआं अभिलाषां नूं कंट्रोल विच रखो। पवित्र आत्मा नूं मौका दो कि तुहानूं वो चलाए। हालेलुया। जे तुसीं इस गल नूं फॉलो करदे हो, तुहाडे बच्चे भी फॉलो करनगे, तुहानूं देख के बहुत सारे लोग फॉलो करनगे। हालेलुया। जे तुहानूं देख के बहुत सारे लोग फॉलो करदे आ तो वो बचाए जाणगे। तुहाडे अच्छे कर्मां नूं देख के, तुहाडे अच्छे चाल चलन नूं देख के, नवें जन्म नूं देख के लोग मसीह नूं जानणगे। मसीह दा राज बढ़ेगा। तुसीं परमेश्वर दे राज नूं देख सकदे हो। शैतान दा राज लीड हुंदा जाएगा, खत्म हुंदा जाएगा। प्रेमी खुदा दा धन्नवाद करदे रहो, आत्मा विच अगे वधदे जाओ, आत्मा दी समर्थ, आत्मा दी आवाज़ नूं सुनदे जाओ। परमेश्वर तुहानूं छड्डेगा नहीं। हाँ, महामारियां आंदियां, प्रीख्यावां आनियां, पर वो सदा नहीं रहनियां। थोड़े टाइम ले रहनियां तो उस तो बाद खत्म हो जानियां। हालेलुया। खुदावंद खुदा तैनूं बुलंदियां ते देखना चाहुंदा, पर तू पहला प्रभु दे वल, प्रभु नूं लव करदा होया अगे वध। हालेलुया। प्रभु नूं प्यार करदा होया उहदे हुक्मां नूं पूरा कर। अपनी अखां, सोचां, विचारां नूं पवित्र रखो, शरीर दीआं अभिलाषां नूं छड्डो। हालेलुया। उन्हां तो अपना मन फिराओ, उन्हां तो अपना पिठ उधर नूं करो, मूँह परमेश्वर दे वल नूं करो। अज बिल्कुल अपने आप नूं अंगीकार करके विश्वास दे नाल मुड़ के वेखो। आनंद परमेश्वर दे विच आ, खुशी परमेश्वर दे विच आ। सारे मिल के एक जड़ बन जाओ, एक हो जाओ। जिथे एक आ उत्थे शैतान कदे भी अटैक नहीं करेगा। हालेलुया। शिफा चर्च मिनिस्ट्री दे नाल मिल के खुदा दी वडियाई करके वेखो, ईमानदारी ना करके वेखो, किन्ना परमेश्वर तुहानूं कामयाब करेगा। तुहाडियां सोचां विचारां तो किते परमेश्वर ने तुहाडे श्रेष्ठ रखिया होया, उत्तम रखिया होया आ। वफादार है, ईमानदार है। खुदावंद खुदा तैनूं अगे वधाए। और फिर तो असी लाइव होवांगे तुहाडे सामने। और खुदावंद खुदा गॉड ब्लैस यू, परमेश्वर तुहानूं आशीष दे, अगे वधाए। आमीन। जय मसीह दी सानूं, प्रेज द लॉर्ड। आमीन।